जी। श्री नानक अंगद गुरु अमरदास पद बंद। रामदास अर्जन गुरु वर्षी हर गोविंद। हरि राय हर कृष्ण गुरु तेग बहादुर चंद। दसवें गोविंद सिंह गुरु नमो चरण अरविंद। श्री गुरु बचन कमाए जिन जीते पंच विकार। तिन संतन को बंदना सिर चरणन पर तार। आए प्रभ शरणागति कृपा निध दयाल। एक अखर हर मन वस्त नानक होत निहाल। दोहरा तीर मल पाती लिखी करी तारीफ उदार। सब उपमा के उचित हो सुन सुत बरखुरदार। वाहिगुरु जी का खालसा वाहिगुरु जी की फतेह। सन्मानयोग गुरु जी की साजी हुई गुरु प्यारी संगत जी। ਵੱਡੇ ਭਾਗ ਹਨ ਸਾਡੇ ਜੋ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਅੰਦਰ ਸਦਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਤਿੰਨਾਂ ਦੇ ਪਾਵਨ ਇਤਿਹਾਸ ਨੂੰ ਸਰਵਣ ਕਰਨ ਦਾ ਸੁਭਾਗ ਭਰਿਆ ਸਮਾਂ ਮਾਲਕ ਜੀ ਨੇ ਸਾਨੂੰ ਬਖਸ਼ਿਆ ਹੈ। ਪਿਛਲੇ ਪ੍ਰਸੰਗ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਕਿਸ ਪ੍ਰਕਾਰ ਜਦੋਂ ਸ਼ੀਂਹੇ ਮਸੰਦ ਨੇ ਬਾਬਾ ਧੀਰਮਲ ਜੀ ਦੇ ਕੰਨ ਭਰਨੇ ਸ਼ੁਰੂ ਕੀਤੇ ਨੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜਿਹੜੀ ਚੜ੍ਹਦੀ ਕਲਾ ਹੋ ਰਹੀ ਸੀ ਦੂਰ ਦੂਰ ਤੱਕ ਦੇਸ਼ਾਂ ਤੱਕ ਇਹ ਬਾਬਾ ਧੀਰਮਲ ਜੀ ਤੋਂ ਸਹੀ ਨਹੀਂ ਗਈ ਹੈ। ਜਿਸ ਦੇ ਕਰਕੇ ਉਹਨਾਂ ਨੇ ਫਿਰ ਸੋਚਿਆ ਕਿ ਸਾਨੂੰ ਬਾਬਾ ਰਾਮ ਰਾਏ ਜੀ ਦੇ ਨਾਲ ਮੇਲ ਬਣਾ ਕੇ ਔਰੰਗਜ਼ੇਬ ਦੇ ਕੋਲੋਂ ਗੁਰੂ ਤੇਗ ਬਹਾਦਰ ਜੀ ਨੂੰ ਕੈਦ ਵਿੱਚ ਪਾ ਕੇ ਕਤਲ ਕਰਵਾ ਦੇਣਾ ਚਾਹੀਦਾ ਹੈ। ਇਹ ਸਾਰੀ ਯੋਜਨਾ ਜਦੋਂ ਬਣੀਆਂ ਸ਼ੀਂਹੇ ਮਸੰਦ ਨੇ ਦੱਸਿਆ ਕਿ ਤੁਹਾਡਾ ਭਤੀਜਾ ਤੁਹਾਡੀ ਜ਼ਰੂਰ ਮਦਦ ਕਰੇਗਾ, ਜੋ ਕਿ ਕਰਾਮਾਤ ਦਿਖਾ ਕੇ ਔਰੰਗਜ਼ੇਬ ਨੂੰ ਖੁਸ਼ ਕਰਦਾ ਰਿਹਾ ਹੈ। ਔਰੰਗਜ਼ੇਬ ਉਹਦਾ ਬਚਨ ਵੀ ਮੰਨਦਾ ਹੈ। ਇਹ ਸਾਰੀਆਂ ਗੱਲਾਂ ਤੁਸੀਂ ਇੱਕ ਚਿੱਠੀ ਲੈ ਕੇ ਕਹਿ ਦੋਗੇ ਤੇ ਆਪਣੇ ਭਤੀਜੇ ਨੂੰ ਜੇ ਆਪਣੇ ਵੱਲ ਕਰ ਲਓਗੇ ਨਾ ਤੇ ਤੁਹਾਡੀ ਫਤਿਹ ਹੋ ਜਾਏਗੀ। ਇਹ ਗੱਦੀ ਫਿਰ ਤੁਹਾਡੇ ਹੱਥ ਵਿੱਚ ਆ ਸਕਦੀ ਆ। ਇੱਥੋਂ ਤੱਕ ਆਪ ਜੀ ਨੇ ਬੜੇ ਵਿਸਥਾਰ ਦੇ ਨਾਲ ਸੰਗਤ ਜੀ ਇਹ ਜਿਹੜਾ ਈਰਖਾ ਵਾਲਾ ਪ੍ਰਸੰਗ ਸੀ ਸਰਵਣ ਕੀਤਾ ਸੀ, ਜਿਹਦੇ ਵਿੱਚ ਸ਼ੀਂਹੇ ਮਸੰਦ ਨੇ ਮਾੜੀ ਮੱਤ ਦੇ ਕੇ ਬਾਬਾ ਧੀਰਮਲ ਜੀ ਨੂੰ ਆਪਣੇ ਵੱਲ ਕਰ ਲਿਆ ਸੀ। ਹੁਣ ਆਓ ਅੱਗੇ ਅਧਿਆਏ 32ਵਾਂ ਬਾਬਾ ਧੀਰਮਲ ਜੀ ਦਾ ਬਾਬਾ ਰਾਮ ਰਾਏ ਜੀ ਦੇ ਨਾਲ ਮੇਲ
ਇਹ ਪ੍ਰਸੰਗ ਦਾ ਨਾਮ ਹੈ ਕਵੀ ਸੰਤੋਖ ਸਿੰਘ ਜੀ ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਜਿਵੇਂ ਜਿਵੇਂ ਇਹ ਆਖ ਰਹੇ ਨੇ ਤਿਵੇਂ ਤਿਵੇਂ ਗੁਰੂ ਕਿਰਪਾ ਦੇ ਨਾਲ ਆਓ ਸਾਰੇ ਰਲ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਜੋ ਇਤਿਹਾਸ ਹੈ ਸਰਵਣ ਕਰੀਏ ਜੀ। ਦੋਹਰਾ ਤੀਰ ਮਲ ਪਾਤੀ ਲਿਖੀ ਕਰੀ ਤਾਰੀਫ ਉਦਾਰ। ਬਾਬਾ ਧੀਰਮਲ ਜੀ ਨੇ ਇਵੇਂ ਫਿਰ ਚਿੱਠੀ ਲਿਖੀ ਨਾ ਇੱਕ, ਉਹ ਜਿਹੜੀ ਚਿੱਠੀ ਲਿਖੀ ਹੈ ਉਸ ਦੇ ਵਿੱਚ ਬਾਬਾ ਰਾਮ ਰਾਏ ਜੀ ਦੀ ਬੜੀ ਉਸਤਤ ਕਰਨੀ ਕੀਤੀ ਹੈ। ਸਭ ਉਪਮਾ ਕੇ ਉਚਿਤ ਹੋ ਸੁਨ ਸੁਤ ਬਰਖੁਰਦਾਰ। ਕਹਿਣ ਲੱਗੇ ਇਹ ਬਰਖੁਰਦਾਰ ਪੁੱਤਰ ਜੀ ਸੁਣੋ, ਤੁਸੀਂ ਹਰ ਪ੍ਰਕਾਰ ਦੀ ਉਪਮਾ ਵਾਸਤੇ ਬੜੇ ਉਚਿਤ ਹੋ ਜੀ। ਚੌਪਈ ਮੋਹਿ ਅਨੁਜ ਸ੍ਰੀ ਗੁਰ ਹਰਿ ਰਾਏ। ਇਸ ਕਰਕੇ ਤੁਸੀਂ ਸ੍ਰੀ ਗੁਰੂ ਹਰਿ ਰਾਏ ਜੀ ਦੇ ਵੱਡੇ ਸੁਪੁੱਤਰ ਹੋ, ਇਸ ਕਰਕੇ ਮੈਂ ਤੁਹਾਨੂੰ ਇਹ ਚਿੱਠੀ ਲਿਖ ਰਿਹਾ ਹਾਂ। ਤਿਹ ਜੇਸ਼ਟ ਸਤ ਗੁਣ ਸਮੁਦਾਇ। ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਗੁਣ ਦੇਖੇ ਗਏ ਨੇ, ਜਿਹੜੇ ਕਿ ਗੁਣਾਂ ਦੇ ਸਾਗਰ ਨੇ, ਜਿਨ੍ਹਾਂ ਨੇ ਗੱਦੀ ਤੇ ਸਜਣਾ ਕੀਤਾ ਹੈ ਜੀ। ਤੁਰਕੇਸ਼ਰ ਕੋ ਬਸ ਕਰ ਲੀਨਾ। ਜਿਹੜੇ ਕਿ ਇਨਸਾਨ ਦੇ ਅੰਦਰ ਵਿਕਾਰ ਹੁੰਦੇ ਨੇ ਉਹਨਾਂ ਤੇ ਕਾਬੂ ਪਾਉਣ ਵਿੱਚ ਮਦਦਗਾਰ ਹੋ ਜਾਂਦੇ ਨੇ, ਐਸੇ ਦੀਨ ਦੁਨੀ ਦੇ ਪਾਤਸ਼ਾਹ ਜੀ ਜੋ ਹੋਏ ਹਨ। ਜਗ ਮਹਿ ਬਿਦਤਿਓ ਅਜ਼ਮਤ ਪੀਨਾ। ਦੁਨੀਆ ਦੇ ਵਿੱਚ ਜਿਨ੍ਹਾਂ ਦੀ ਬੜੀ ਸੋਭਾ ਹੋਈ ਹੈ, ਦੂਰ ਦੂਰ ਤੱਕ ਜਿਨ੍ਹਾਂ ਦਾ ਨਾਮ ਹੋਇਆ ਹੈ। ਤੋ ਸਮ ਅਪਰ ਨਹੀਂ ਜਗ ਕੋਈ। ਇਸ ਕਰਕੇ ਤੁਸੀਂ ਉਹਨਾਂ ਦੇ ਹੀ ਸੁਪੁੱਤਰ ਹੋ, ਕਰਾਮਾਤ ਦੇ ਵਿੱਚ ਵੀ ਤੁਸੀਂ ਬੜੇ ਨਿਪੁੰਨ ਹੋ, ਤੁਹਾਡੇ ਵਰਗਾ ਦੂਜਾ ਕੋਈ ਹੋਰ ਨਹੀਂ ਹੈ ਜੀ। ਇਤੀ ਸ਼ਕਤ ਕਿਤ ਪਇਤ ਸੋਈ। हे ਬਾਬਾ ਰਾਮ ਰਾਏ ਜੀ, ਇੰਨੀ ਸ਼ਕਤੀ ਹੋਰ ਦੱਸੋ ਕਿਹਦੇ 'ਚ ਹੋ ਸਕਦੀ ਆ ਜੀ ਭਲਾ। ਔਰੰਗਜ਼ੇਬ ਨੂੰ ਇੱਥੋਂ ਤੱਕ ਤੁਸੀਂ ਪ੍ਰਭਾਵਿਤ ਕਰ ਦਿੱਤਾ, ਜਿਹੜਾ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਰਾਜਾ ਮੰਨਿਆ ਜਾਂਦਾ, ਉਹ ਵੀ ਤੁਹਾਡੇ ਪ੍ਰਭਾਵ ਦੇ ਅੰਦਰ ਆ ਗਿਆ। ਇਸ ਕਰਕੇ ਇੰਨੀ ਸ਼ਕਤੀ ਦੱਸੋ ਖਾਂ ਕਿਹਦੇ ਵਿੱਚ ਭਲਾ ਹੋ ਸਕਦੀ ਹੈ ਹੋਰ। ਤੁਮ ਪਿਤ ਜੈਸੇ ਅਨੁਜ ਹਮਾਰਾ। ਜਿਵੇਂ ਕਹਿੰਦੇ ਤੁਹਾਡੇ ਪਿਤਾ ਜੀ ਮੇਰੇ ਛੋਟੇ ਭਰਾ ਲੱਗਦੇ ਨੇ, ਮੈਂ ਉਹਨਾਂ ਦਾ ਵੱਡਾ ਭਰਾ ਲੱਗਦਾ ਹਾਂ ਰਿਸ਼ਤੇ ਦੇ ਵਿੱਚ। ਤਿਨਹੀ ਸਮ ਮੈਂ ਤੋਹਿ ਨਿਹਾਰਾ। ਜਿਵੇਂ ਉਹ ਤੁਹਾਨੂੰ ਪਿਆਰ ਕਰਦੇ ਨੇ ਨਾ, ਤਿਵੇਂ ਮੈਂ ਵੀ ਤੁਹਾਨੂੰ ਪਿਆਰ ਕਰਦਾ। ਤੁਸੀਂ ਮੇਰੇ ਭਤੀਜੇ ਦੇ ਵਾਂਗ ਨਹੀਂ, ਪੁੱਤਰ ਦੇ ਵਾਂਗ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਜੀ। ਗੁਰਤਾ ਵਸਤ ਹਮਾਰ ਤੁਮਾਰੀ। ਇਹ ਜਿਹੜੀ ਗੁਰਤਾ ਗੱਦੀ ਹੈ ਨਾ, ਇਹ ਸਾਡੀ ਆ, ਇਹਦੇ ਤੇ ਹੋਰ ਕੋਈ ਦੂਜਾ ਹੱਕਦਾਰ ਨਹੀਂ ਹੋ ਸਕਦਾ ਹੈ। ਸਭ ਕਾਰਨ ਤੇ ਲਖ ਅਧਿਕਾਰੀ। ਜਿੰਨੇ ਵੀ ਕਾਰਨ ਗਿਣੇ ਜਾਣਗੇ ਉਹਦੇ ਕਰਕੇ ਅਸੀਂ ਵੇਖਦੇ ਹਾਂ ਕਿ ਇਹਦੇ ਹੱਕਦਾਰ ਅਸੀਂ ਹੀ ਹੁੰਦੇ ਹਾਂ ਜੀ। ਤੇਗ ਬਹਾਦਰ ਦੂਰ ਬਡੇਰੀ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੀੜ੍ਹੀਆਂ ਉੱਪਰ ਹੋਣ ਕਰਕੇ ਤੇ ਗੁਰਿਆਈ ਤੋਂ ਬੜੇ ਦੂਰ ਹੋ ਗਏ ਹਨ ਹੁਣ। ਕਿਮ ਗੁਰ ਬਨ ਬੈਠਿਓ ਇਸ ਬੇਰੀ। ਸਾਡੇ ਤੋਂ ਤਾਂ ਬਾਅਦ ਉਹ ਗੁਰੂ ਬਣ ਸਕਦੇ ਆ, ਪਹਿਲਾਂ ਨਹੀਂ ਹੋ ਸਕਦੇ, ਪਰ ਉਹ ਕਿਵੇਂ ਗੁਰੂ ਬਣ ਕੇ ਅੱਜ ਸਜੇ ਹੋਏ ਹਨ ਜੀ। ਚਿਤ ਮਹਿ ਕਿਉ ਨਾ ਚਿੰਤ ਕੋ ਠਾਨੈ। ਚਿੱਤ ਦੇ ਵਿੱਚ ਉਹ ਕਿਉਂ ਇਹ ਚਿੰਤਾ ਨਹੀਂ ਧਾਰਨ ਕਰਦੇ ਹਨ। ਮਹਿ ਮਹਿ ਮਹਿਮਾ ਮਹਿਤੀ ਹਨ। ਇਹ ਧਰਤੀ ਦੇ ਉੱਪਰ ਉਹਨਾਂ ਨੇ ਆ ਕੇ ਸਾਨੂੰ ਬੜਾ ਨੁਕਸਾਨ ਪਹੁੰਚਾ ਦਿੱਤਾ। ਤੇਗ ਬਹਾਦਰ ਨੇ ਆਪ ਗੁਰੂ ਬਣ ਕੇ ਬੈਠ ਗਏ ਹਨ। ਦਰਬ ਹਜ਼ਾਰ ਹੋ ਰੋਜ਼ ਸੰਭਾਰੈ। ਤੇ ਹਜ਼ਾਰਾਂ ਰੁਪਈਆਂ ਦਾ ਚੜਾਵਾ ਉੱਥੇ ਆਉਂਦਾ ਰੋਜ਼ ਹੀ, ਜਿਹਨੂੰ ਸੰਭਾਲ ਲੈਂਦੇ ਆ ਗੁਰੂ ਤੇਗ ਬਹਾਦਰ ਜੋ ਬਣੇ ਹੋਏ ਹਨ ਜੀ। ਬੜ ਐਸ਼ਵਰਜ ਆਪਨੋ ਧਾਰੈ। ਉਹਨਾਂ ਕੋਲ ਬਹੁਤ ਜ਼ਿਆਦਾ ਧਨ ਦੌਲਤ ਇਕੱਠੀ ਹੋ ਗਈ ਆ, ਉਹਨਾਂ ਨੇ ਬੜੀ ਸੰਪਤੀ ਬਣਾ ਲਈ ਹੈ। ਸ਼ਾਹੋ ਨਿਕਟ ਬੁਲਵਾਵਨ ਠਾਨੋ। ਇਸ ਕਰਕੇ ਉਹਨਾਂ ਨੂੰ ਬਾਦਸ਼ਾਹ ਦੇ ਕੋਲ ਬੁਲਾ ਲਵੋ ਕਿਸੇ ਵਜ੍ਹਾ ਦੇ ਕਰਕੇ ਔਰੰਗਜ਼ੇਬ ਦੇ ਪਾਸ। ਜਿਉ ਕਿਉ ਕਰ ਸ਼ਤਰੂ ਤਹਿ ਹਾਨੋ। ਇਸ ਕਰਕੇ ਕਿ ਉਹਨਾਂ ਨੂੰ ਵੈਰੀ ਸਮਝ ਕੇ ਮਰਵਾ ਦੇਵੋ, ਕੋਈ ਕਾਰਨ ਬਣਾ ਦੇਵੋ ਆਪ ਜੀ।
करे जतन मैं सरियो ना कोई। ਪਹਿਲਾਂ ਮੈਂ ਬੜੇ ਯਤਨ ਕੀਤੇ ਪਰ ਮੈਥੋਂ ਮੇਰਾ ਯਤਨ ਕੋਈ ਸਫਲ ਨਹੀਂ ਹੋਇਆ। ਇੱਥੇ ਕਹਿ ਰਹੇ ਆ ਭਾਵ ਕੀ ਚਿੱਠੀ ਦੇ ਵਿੱਚ ਬਾਬਾ ਧੀਰਮਲ ਜੀ ਸ਼ੀਹੇ ਮਸੰਦ ਨੂੰ ਵੀ ਭੇਜਿਆ, ਗੋਲੀ ਮੱਥੇ ਨੂੰ ਛੂਹ ਕੇ ਲੰਘ ਗਈ ਗੁਰੂ ਤੇਗ ਬਹਾਦਰ ਦੇ। ਭਾਵ ਮੈਂ ਵੀ ਯਤਨ ਕੀਤੇ ਉਹਨਾਂ ਨੂੰ ਮਾਰਨ ਦੇ ਪਰ ਮੈਂ ਸਫਲ ਨਹੀਂ ਹੋ ਸਕਿਆ ਹਾਂ ਇਸ ਵਿੱਚ। बजियो संघारन सब ते सोई। ਤੇ ਜਿੰਨੀ ਵਾਰ ਮੈਂ ਮਾਰਨਾ ਚਾਹਿਆ ਹੈ, ਜਿੰਨੀ ਵਾਰ ਮੈਂ ਵਾਰ ਕੀਤੇ ਆ, ਗੁਰੂ ਤੇਗ ਬਹਾਦਰ ਮੇਰੇ ਵਾਰਾਂ ਤੋਂ ਬਚ ਗਿਆ ਹੈ। यांते सुध तुभ निकट पठाई। ਇਸ ਕਰਕੇ ਮੈਂ ਖਬਰ ਤੁਹਾਡੇ ਤੱਕ ਹੁਣ ਪਹੁੰਚਾ ਰਿਹਾ ਹਾਂ। बन आवे अब करन उपाई। ਹੁਣ ਉਹਨਾਂ ਨੂੰ ਗੁਰਤਾ ਗੱਦੀ ਤੋਂ ਹਟਾਉਣ ਦਾ ਯਤਨ ਕਰਨਾ ਬਣਦਾ। ਇਹਦੇ ਵਿੱਚ ਤੁਸੀਂ ਮੇਰੀ ਮਦਦ ਕਰੋ ਜੀ। इम लिख दूत पठावन कीना। ਇਵੇਂ ਚਿੱਠੀ ਲਿਖੀ ਗਈ ਹੈ ਤੇ ਚਿੱਠੀ ਲੈ ਕੇ ਇੱਕ ਦੂਤ ਨੂੰ ਪਕੜਾ ਦਿੱਤੀ ਹੈ ਜੀ। जान्यो रिप होए प्राण विहीना। ਤੇ ਇਹ ਜਿਹੜੀ ਚਿੱਠੀ ਆ ਬਾਬਾ ਰਾਮ ਰਾਏ ਦੇ ਵੱਲ ਭੇਜ ਦਿੱਤੀ ਆ। ਇਹ ਸਮਝ ਲਿਆ ਕਿ ਗੁਰੂ ਤੇਗ ਬਹਾਦਰ ਜੀ ਜਿਹੜੇ ਨੇ ਉਹਨਾਂ ਨੂੰ ਹੁਣ ਮੈਂ ਮਾਰ ਦੇਵਾਂਗਾ। ਮੇਰੇ ਜਿਹੜੇ ਵੈਰੀ ਨੇ ਉਹਨਾਂ ਦੇ ਪ੍ਰਾਣਾਂ ਦਾ ਅੰਤ ਹੋ ਜਾਵੇਗਾ। बहुत मूल को एक सिर पाऊ। ਇਵੇਂ ਫਿਰ ਕਹਿਣ ਲੱਗੇ ਹਨ, ਬਹੁਤ ਮੋਲ ਕੋ ਇੱਕ ਸਿਰ ਪਾਓ, ਕਿ ਬੜਾ ਨਾਲ ਕੀਮਤੀ ਸਿਰੋਂ ਪਾਓ। ਸਰੋਪਾ ਵੀ ਦੇ ਦਿੱਤਾ ਬਾਬਾ ਰਾਮ ਰਾਏ ਜੀ ਨੂੰ ਚਿੱਠੀ ਦੇ ਨਾਲ। वस्त अजायब अपर पठाओ। ਹੋਰ ਵੀ ਬੜੀਆਂ ਕੀਮਤੀ ਵਸਤਾਂ ਆਪਣੇ ਦੂਤ ਦੇ ਹੱਥ ਦੇ ਕੇ ਭੇਜੀਆਂ ਕਿ ਜਦੋਂ ਚਿੱਠੀ ਪੜ੍ਹਨਗੇ ਨਾਲ ਇਹ ਤੋਹਫੇ ਮਿਲਣਗੇ ਤੇ ਉਹਨਾਂ ਦਾ ਮਨ ਖੁਸ਼ ਹੋ ਜਾਵੇਗਾ। दिल्ली मह लेकर सो गयो। ਇਵੇਂ ਫਿਰ ਉਹ ਜਿਹੜਾ ਦੂਤ ਸੀ ਉਹ ਇਹ ਚਿੱਠੀ ਜਿਹੜੀ ਆ ਕਰਤਾਰਪੁਰ ਤੋਂ ਹੁੰਦਾ ਹੋਇਆ ਤੇ ਬਾਕੀ ਵਸਤੂਆਂ ਦਿੱਲੀ ਵਿੱਚ ਪਹੁੰਚ ਗਿਆ ਹੈ। राम राय टिक पहुंचत पयो। ਤੇ ਬਾਬਾ ਰਾਮ ਰਾਏ ਜੀ ਜਿਹੜੇ ਹਨ ਨਾ ਉਹਨਾਂ ਦੇ ਕੋਲ ਪਹੁੰਚਣਾ ਕੀਤਾ ਹੈ ਜੀ। बंधन ठान दीन पुन पाती। ਵੰਦਨਾ ਕੀਤੀ ਆ ਜਾ ਕੇ ਬਾਬਾ ਰਾਮ ਰਾਏ ਜੀ ਨੂੰ। ਤੇ ਇਹ ਜਿਹੜੀ ਲਿਆਂਦੀ ਸੀ ਚਿੱਠੀ ਬਾਬਾ ਧੀਰਮਲ ਦੁਆਰਾ ਲਿਖੀ ਹੋਈ ਉਹ ਵੀ ਅੱਗੇ ਰੱਖਣੀ ਕੀਤੀ ਹੈ। अपर सुनाए कुशल बहु भांति। ਇਵੇਂ ਫਿਰ ਜਿਹੜੀ ਸੁੱਖ ਸਾਂਦ ਹੁੰਦੀ ਆ, ਕੁਸ਼ਲ ਮੰਗਲ ਸਾਰਾ ਕੁਝ ਇੱਕ ਦੂਜੇ ਤੋਂ ਪੁੱਛਿਆ ਹੈ। ਫਿਰ राम राय तब खोलन कीन। ਬਾਬਾ ਰਾਮ ਰਾਏ ਜੀ ਨੇ ਜਿਹੜੀ ਚਿੱਠੀ ਆ ਨਾ ਖੋਲਣੀ ਕੀਤੀ ਹੈ ਜੀ। पठ कर सब मतलब को चीन। ਉਹ ਚਿੱਠੀ ਨੂੰ ਪੜਿਆ ਹੈ, ਉਹਦਾ ਜਿਹੜਾ ਮਤਲਬ ਸੀ ਸਿੱਟਾ ਸੀ ਸਮਝ ਲਿਆ ਕਿ ਇਹ ਜਿਹੜੇ ਮੇਰੇ ਚਾਚਾ ਜੀ ਹਨ ਨਾ ਤੇ ਇਹਨਾਂ ਨੇ ਫਿਰ ਹੁਣ ਇਹ ਜਿਹੜਾ ਮੇਰਾ ਚਿੱਠੀ ਭੇਜਣ ਦਾ ਮਨੋਰਥ ਆ ਉਹਦੇ ਪਿੱਛੇ ਕੀ ਹੈ ਰਾਜ। ਇਹੀ ਹੈ ਕਿ ਮੈਂ ਕਿਵੇਂ ਨਾ ਕਿਵੇਂ ਇਹਨਾਂ ਨੂੰ ਗੱਦੀ ਦਬਾ ਦੇਵਾਂ। ਇਹ ਸਾਰਾ ਤੱਤ ਸਾਰ ਉਹਨਾਂ ਨੇ ਚਿੱਠੀ ਨੂੰ ਪੜ੍ਹ ਕੇ ਸਮਝ ਲਿਆ ਹੈ ਜੀ। तीर मल पा मोह अधीन। ਫਿਰ ਕਹਿਣ ਲੱਗੇ ਕਿ ਬਾਬਾ ਧੀਰਮਲ ਜੀ ਜਿਹੜੇ ਹਨ ਇਹ ਤਾਂ ਮੇਰੇ ਅਧੀਨ ਹੋ ਗਏ ਨੇ, ਤਾਂ ਹੀ ਤਾਂ ਇਹਨਾਂ ਨੇ ਮੈਨੂੰ ਚਿੱਠੀ ਲੈ ਕੇ ਭੇਜ ਦਿੱਤੀ ਹੈ। यांते कुछक हरख मैं लीन। ਇਵੇਂ ਕਹਿੰਦੇ ਮਨ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਉਪਾਅ ਸੋਚਿਆ ਹੈ। ਮੇਰੇ ਕਰਕੇ ਹੀ ਇਹ ਕਾਰਨ ਬਣ ਸਕਦਾ ਨਾ, ਤਾਂ ਇਹ ਮਨ ਦੇ ਵਿੱਚ ਬੜੀ ਉਹਨਾਂ ਨੂੰ ਖੁਸ਼ੀ ਹੋ ਗਈ ਹੈ। पुन चिंता चित बिखै उपाई। ਫਿਰ ਚਿੱਤ ਦੇ ਵਿੱਚ ਬਹੁਤ ਜ਼ਿਆਦਾ ਚਿੰਤਾ ਵੀ ਹੋ ਗਈ ਹੈ ਕਿ ਇਹ ਕੀ ਹੋ ਗਿਆ ਕਿ ਸਾਡੀ ਜਗ੍ਹਾ ਤੇ ਹੋਰ ਕੋਈ ਗੱਦੀ ਤੇ ਆ ਕੇ ਸਜ ਗਿਆ ਹੈ। ਹੁਣ गई अपर थल मह बड़ियाई। ਬਾਬਾ ਰਾਮ ਰਾਏ ਜੀ ਵੀ ਚਿੱਠੀ ਪੜ੍ਹ ਕੇ ਸੋਚਣ ਲੱਗੇ ਕਿ ਜਿਹੜੀ ਗੱਦੀ ਮੈਨੂੰ ਮਿਲਣੀ ਚਾਹੀਦੀ ਸੀ ਉਹ ਫਿਰ ਘੁੰਮ ਕੇ ਪਿਛਾਂਹ ਨੂੰ ਕਿਵੇਂ ਚਲੀ ਗਈ ਆ। ਭਾਵ ਕਿ ਛੇਵੇਂ ਪਾਤਸ਼ਾਹ ਜੀ ਦੇ ਛੋਟੇ ਪੁੱਤਰ ਨੂੰ ਕਿਵੇਂ ਮਿਲ ਗਈ। ਇਹ ਸੋਭਾ ਤਾਂ ਸਾਨੂੰ ਮਿਲਦੀ ਬਣਦੀ ਹੈ। प्रथम पयो उत्पात विशाला। ਕਹਿੰਦੇ ਪਹਿਲਾਂ ਵੀ ਵੱਡੀ ਮੁਸੀਬਤ ਕਿੰਨੀ ਵਾਰ ਬਣ ਕੇ ਆਈ ਹੈ ਮੇਰੇ ਉੱਪਰ। दुहू दिशन जे श्राप कराला। ਕਿਵੇਂ ਬਾਬਾ ਰਾਮ ਰਾਏ ਜੀ ਨੇ ਜਦੋਂ ਦਿੱਲੀ ਵਿੱਚ ਕਿੰਨੇ ਸਖਤ ਬੋਲ ਕੀਤੇ ਸੀ, ਬਚਨ ਕੀਤੇ ਸੀ, ਤਾਂ ਉਹ ਯਾਦ ਆ ਗਏ ਕਿ ਕੀ ਹੋਇਆ ਸੀ ਗੱਦੀ ਦੀ ਬਾਬਤ। ਤਾਂ ਕਹਿੰਦੇ ਪਹਿਲਾਂ ਵੀ ਇਹ ਕਿੰਨਾ ਕੁਝ ਹੋ ਚੁੱਕਿਆ ਹੈ।
ਸਭ ਸੰਗਤ ਮਹਿ ਮੂਰ ਖੁਟਾਈ। ਸਾਰੀ ਸਿੱਖ ਸੰਗਤ ਵਿੱਚ ਜਿਹੜੀ ਆ ਇਹ ਮੇਰੀ ਖੋਟ ਜਿਹੜੀ ਆ ਉਹ ਸਾਰਿਆਂ ਸਾਹਮਣੇ ਪ੍ਰਗਟ ਹੋ ਗਈ ਸੀ ਉਸ ਵਕਤ। ਪਿਤ ਸਤਿਗੁਰ ਪੂਰਬ ਤੇ ਵਿਦਤਾਈ। ਇਹ ਖੋਟ ਨੂੰ ਪ੍ਰਗਟ ਕਰਨ ਵਾਲੇ ਕੋਈ ਹੋਰ ਨਹੀਂ ਬਲਕਿ ਸ੍ਰੀ ਗੁਰੂ ਹਰਿ ਰਾਏ ਜੀ ਮੇਰੇ ਪਿਤਾ ਜੀ ਹੀ ਹੋਏ ਹਨ। ਸ਼੍ਰੀ ਹਰਿ ਕ੍ਰਿਸ਼ਨ ਬਹੁਰ ਪਰਲੋਕ। ਤੇ ਹੁਣ ਜਦੋਂ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਸੱਚਖੰਡ ਵਿੱਚ ਚਲੇ ਗਏ ਜੋਤੀ ਜੋਤ ਸਮਾ ਗਏ ਹਨ। ਜਿਸ ਤੇ ਸਭ ਕੁਟੰਬ ਮਹਿ ਸ਼ੋਕ। ਹੁਣ ਜਿਹੜਾ ਸਾਰਾ ਪਰਿਵਾਰ ਹੈ ਉਹਦੇ ਵਿੱਚ ਮਾਤਮ ਛਾ ਗਿਆ, ਉਦਾਸੀ ਛਾ ਗਈ ਹੈ। ਮੂੰਹ ਕਹੋ ਬੁਰਾ ਜਗਤ ਠਹਿਰਾਇਓ। ਜਗਤ ਨੇ ਮੈਨੂੰ ਬਹੁਤ ਬੁਰਾ ਠਹਿਰਾਇਆ। ਇਹ ਇਹਨਾਂ ਦੇ ਜੋਤੀ ਜੋਤ ਸਮਾਉਣ ਦਾ ਕਈਆਂ ਨੇ ਕਾਰਨ ਮੈਨੂੰ ਹੀ ਸਮਝਿਆ ਤਾਂ ਇਦਾਂ ਮੇਰੀ ਜੱਗ ਦੇ ਵਿੱਚ ਬੜੀ ਨਿੰਦਿਆ ਹੋਈ ਹੈ। ਅਬ ਹੈ ਅਪਰ ਉਤਪਾਤ ਉਠਾਇਓ। ਕਹਿੰਦੇ ਹਜੇ ਵੀ ਮੁਸੀਬਤ ਟਲੀ ਨਹੀਂ, ਹੁਣ ਹੋਰ ਮੁਸੀਬਤ ਆ ਕੇ ਬਣ ਗਈ। ਗੁਰੂ ਤੇਗ ਬਹਾਦਰ ਗੱਦੀ ਤੇ ਬਹਿ ਗਏ ਨੇ, ਅਸੀਂ ਸੱਖਣੇ ਰਹਿ ਗਏ, ਵਾਂਝੇ ਰਹਿ ਗਏ ਹਾਂ। ਹੋਇ ਜੈ ਹੈ ਕੁਛ ਤੇ ਕੁਛ ਔਰ। ਕਹਿੰਦੇ ਕੁਝ ਤੋਂ ਕੁਝ ਹੋਰ ਹੋ ਜਾਵੇਗਾ, ਇਸ ਕਰਕੇ ਇੱਕ ਮਹਾ ਕਲੰਕ ਮੇਰੇ ਤੇ ਹੋਰ ਲੱਗ ਸਕਦਾ ਹੈ ਜੀ। ਮਹਾ ਕਲੰਕਤ ਮਹਿ ਸਭ ਠੌਰ। ਜਦੋਂ ਇਨਸਾਨ ਤੇ ਕਲੰਕ ਲੱਗ ਜਾਂਦਾ ਫਿਰ ਉਹਨੂੰ ਉਤਾਰਨਾ ਜਿਵੇਂ ਬੜਾ ਔਖਾ ਹੋ ਜਾਂਦਾ ਹੈ। ਇਸ ਕਰਕੇ ਕਹਿੰਦੇ ਹੁਣ ਮੈਨੂੰ ਮਹਾ ਕਲੰਕੀ ਲੋਕ ਕਹਿੰਦੇ ਨੇ ਮੈਂ ਹੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਔਰੰਗਜ਼ੇਬ ਕੋਲ ਬੁਲਾਇਆ ਸੀ, ਸੱਦਣਾ ਚਾਹੁੰਦਾ ਸੀ ਪਰ ਉਹ ਨਹੀਂ ਆਏ, ਵੱਖਰੀ ਗੱਲ ਆ। ਉਹਨਾਂ ਦੇ ਇੱਥੋਂ ਜਾਣ ਦਾ ਕਾਰਨ ਮੈਨੂੰ ਹੀ ਮੰਨਿਆ ਜਾਂਦਾ ਹੈ ਤਾਂ ਇਹ ਵੀ ਕਲੰਕ ਪਹਿਲਾਂ ਮੇਰੇ ਤੇ ਇੱਕ ਲੱਗਾ ਹੋਇਆ ਹੈ। ਇਤਿਆਦਿਕ ਮਨ ਗਟੀ ਵਿਚਾਰ ਹੈ। ਇਤਿਆਦਿਕ ਮਨ ਦੇ ਵਿੱਚ ਬਾਬਾ ਰਾਮ ਰਾਏ ਜੀ ਨੇ ਬੜੀਆਂ ਗਿਣਤੀਆਂ ਕੀਤੀਆਂ ਚਿੱਠੀ ਨੂੰ ਪੜ੍ਹ ਕੇ। ਕਹਾ ਕਰੋ ਮੈਂ ਜਤਨ ਸੁਧਾਰ ਤੇ ਹੈ। ਹੁਣ ਮੈਂ ਕਿਹੜੇ ਯਤਨ ਕਰਾਂ ਜਿਹਦੇ ਨਾਲ ਸੁਧਾਰ ਹੋ ਜਾਵੇ, ਕਿਉਂਕਿ ਪਹਿਲਾਂ ਵੀ ਬੜਾ ਵਿਗਾੜ ਪੈ ਚੁੱਕਾ ਹੈ। ਕਿਸ ਕਾਰਨ ਕਰਕੇ ਹੁਣ ਮੇਰਾ ਇਹ ਸੁਧਾਰ ਹੋ ਸਕਦਾ, ਇਹ ਮਨ ਵਿੱਚ ਸੋਚਿਆ ਹੈ ਜੀ। ਪਾਤੀ ਕੋ ਉੱਤਰ ਲਿਖ ਦੀਨੋ। ਫਿਰ ਚਿੱਠੀ ਦਾ ਇਹਨਾਂ ਨੇ ਉੱਤਰ ਇਉਂ ਲਿਖਿਆ। ਪਹਿਲਾਂ ਬਾਬਾ ਧੀਰਮਲ ਜੀ ਨੇ ਕਰਤਾਰਪੁਰ ਤੋਂ ਚਿੱਠੀ ਲੈ ਕੇ ਦਿੱਲੀ ਭੇਜੀ ਆ। ਦਿੱਲੀ ਵਿੱਚ ਬਾਬਾ ਰਾਮ ਰਾਏ ਜੀ ਨੇ ਚਿੱਠੀ ਪੜ੍ਹੀ ਆ। ਹੁਣ ਉਹਦਾ ਉੱਤਰ ਕੀ ਦਿੰਦੇ ਨੇ ਉਹਦੇ ਬਾਰੇ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ। ਤੁਮ ਹੋ ਬੜੇ ਸਕਲ ਬਿਦ ਚੀਨੋ। ਬਾਬਾ ਧੀਰਮਲ ਜੀ ਨੂੰ ਕਹਿਣ ਲੱਗੇ ਤੁਸੀਂ ਤਾਂ ਜੀ ਰਿਸ਼ਤੇ ਵਿੱਚ ਸਾਕ ਵਿੱਚ ਵੀ ਮੇਰੇ ਤੋਂ ਵੱਡੇ ਹੋ, ਉਮਰ ਦੇ ਵਿੱਚ ਸਾਰੀਆਂ ਵਿਧੀਆਂ ਨੂੰ ਜਾਣਦੇ ਹੋ ਜੀ। ਜਿਤਿਕ ਉਪਾਏ ਮੋਹਿਤੇ ਬਨੈ। ਜਿੰਨੇ ਉਪਾਅ ਮੇਰੇ ਤੋਂ ਬਣਦੇ ਨੇ ਉਹ ਮੈਂ ਕਰ ਲਵਾਂਗਾ। ਕਰੋ ਸੋ ਮੈਂ ਜਿਮ ਚਿੰਤਾ ਹਨੈ। ਜਿਵੇਂ ਤੁਹਾਡੀ ਚਿੰਤਾ ਦਾ ਨਾਸ ਹੋ ਜਾਵੇ, ਜਿਹੜੀ ਤੁਹਾਨੂੰ ਫਿਕਰ ਲੱਗੀ ਰਹਿੰਦੀ ਹੈ ਕਿ ਤੇਗ ਬਹਾਦਰ ਗੱਦੀ ਤੇ ਬਹਿ ਗਿਆ, ਮੈਂ ਰਹਿ ਗਿਆ, ਇਹ ਚਿੰਤਾ ਨੂੰ ਮੈਂ ਘਟਾਉਣ ਦੀ ਕੋਸ਼ਿਸ਼ ਕਰਾਂਗਾ। ਹੁਣ ਕਹੇ ਤੁਮਾਰੇ ਮਹਿ ਮੈਂ ਦਿਨ ਰਾਤੀ। ਜਿਵੇਂ ਤੁਸੀਂ ਕਹਿ ਦਿੱਤਾ ਹੈ ਨਾ, ਮੈਂ ਉਹਨੂੰ ਪੂਰਾ ਕਰਨ ਲਈ ਦਿਨ ਤੇ ਰਾਤ ਕੋਸ਼ਿਸ਼ ਕਰਾਂਗਾ, ਤੁਹਾਡੀ ਆਗਿਆ ਵਿੱਚ ਹੀ ਰਹਾਂਗਾ ਜੀ। ਮਾਨੋ ਕਿਉਂ ਨਾ ਰਾਵਰੀ ਬਾਤੀ। ਭਲਾ ਮੈਂ ਕਿਉਂ ਨਾ ਆਪ ਜੀ ਦੀ ਗੱਲ ਮੰਨਾਂਗਾ, ਤੁਸੀਂ ਮੇਰੇ ਪਿਤਾ ਜੀ ਦੇ ਵੱਡੇ ਭਰਾ ਲੱਗਦੇ ਹੋ, ਕਿਉਂ ਨਾ ਮੈਂ ਤੁਹਾਡੀ ਗੱਲ ਮੰਨਾਂਗਾ, ਜ਼ਰੂਰ ਮੰਨਾਂਗਾ ਜੀ। ਲਿਖੀ ਪਠਾਈ ਪੁਰ ਕਰਤਾਰ। ਚਿੱਠੀ ਫਿਰ ਲਿਖੀ ਆ, ਚਿੱਠੀ ਵਿੱਚ ਬੜਾ ਹੌਸਲਾ ਦਿੱਤਾ ਹੈ ਤੇ ਕਰਤਾਰਪੁਰ ਵਿੱਚ ਚਿੱਠੀ ਭੇਜ ਦਿੱਤੀ ਉਸੇ ਦੂਤ ਦੇ ਹੱਥ ਵਿੱਚ। ਪਠਤ ਧੀਰਮਲ ਆਨੰਦ ਧਾਰ। ਉਹ ਜਦੋਂ ਫਿਰ ਚਿੱਠੀ ਪਹੁੰਚੀ ਆ, ਬਾਬਾ ਧੀਰਮਲ ਜੀ ਨੇ ਪੜ੍ਹੀ ਤੇ ਪੜ੍ਹ ਕੇ ਬੜਾ ਹੌਸਲਾ ਹੋ ਗਿਆ। ਇਉਂ ਲੱਗਿਆ ਪੜ੍ਹ ਕੇ ਵੀ ਗੱਦੀ ਮੈਨੂੰ ਮਿਲ ਗਈ ਹੈ ਵਾਪਸ, ਬੜਾ ਹੌਸਲਾ ਹੋਇਆ ਹੈ। ਕਹਿਓ ਮਸੰਦ ਸੰਗ ਸਮਝਾਏ। ਬਾਬਾ ਧੀਰਮਲ ਜੀ ਨੇ ਉਹ ਸ਼ੀਹੇ ਮਸੰਦ ਨੂੰ ਕੋਲ ਬੁਲਾ ਲਿਆ ਤੇ ਕਹਿਣ ਲੱਗੇ ਹਾਂਜੀ ਸਫਲ ਹੈ ਤੇਰੋ ਕਹਿਓ ਪਾਏ। ਤੇ ਤੂੰ ਜੋ ਕਿਹਾ ਸੀ ਨਾ ਉਹ ਸਫਲ ਹੋ ਗਿਆ। ਵਾਕਈ ਤੂੰ ਸੱਚ ਕਹਿੰਦਾ ਸੀ ਕਿ ਬਾਬਾ ਰਾਮ ਰਾਏ ਜੀ ਸਾਡੀ ਜ਼ਰੂਰ ਮਦਦ ਕਰਨਗੇ। ਆਹ ਵੇਖ ਚਿੱਠੀ ਵਿੱਚ ਉਹਨਾਂ ਨੇ ਜਵਾਬ ਦੇ ਦਿੱਤਾ ਹੈ। ਹੁਣ ਰਾਮ ਰਾਏ ਖਾਤਰ ਕਰ ਪਠੀ। ਇਵੇਂ ਜਿਹੜੇ ਬਾਬਾ ਰਾਮ ਰਾਏ ਜੀ ਹਨ ਉਹਨਾਂ ਨੇ ਤਸੱਲੀ ਲੈ ਕੇ ਭੇਜ ਦਿੱਤੀ ਚਿੱਠੀ ਦੇ ਵਿੱਚ। ਇਹ ਪਾਤੀ ਮੈਂ ਤਿਸ ਹੀ ਪਠੀ। ਇਹ ਜਿਹੜੀ ਚਿੱਠੀ ਆ ਲਿਖੀ ਹੋਈ ਹੁਣ ਮੈਂ ਪੜ੍ਹਨੀ ਕੀਤੀ ਹੈ।
ਇਸ ਪ੍ਰਕਾਰ ਇਹ ਭਇਓ ਬ੍ਰਿਤੰਤ। ਇਵੇਂ ਸਾਰਾ ਕਵੀ ਜੀ ਕਹਿੰਦੇ ਬਿਰਤਾਂਤ ਹੋ ਗਿਆ। ਭਾਵ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਗੁਰੂ ਤੇਗ ਬਹਾਦਰ ਜੀ ਹਨ, ਉਹਨਾਂ ਨਾਲ ਪਿਆਰ ਕਰਨ ਵਾਲੇ ਵੀ ਬਹੁਤ ਸੀ, ਉਹਨਾਂ ਨਾਲ ਈਰਖਾ ਕਰਨ ਵਾਲੇ ਵੀ ਬਹੁਤ ਸੀ। ਤੁਸੀਂ ਸਾਰੇ ਮੁੱਢ ਕਦੀਮਾਂ ਤੋਂ ਇਤਿਹਾਸ ਨੂੰ ਪੜ੍ਹ ਲਵੋ ਜਾਂ ਸੁਣ ਲਵੋ, ਸਿੱਖਾਂ ਦੇ ਪਾਸੋਂ ਗੁਰੂ ਨਾਨਕ ਜੀ ਨੂੰ ਪਿਆਰ ਕਰਨ ਵਾਲੇ ਬਹੁਤ ਨੇ, ਕੋਈ ਸ਼ੱਕ ਨਹੀਂ। ਇਮਾਮ ਸਾਫੀ ਉਹਨਾਂ ਦੀ ਇੱਕ ਖੜਾਮ ਰੱਖ ਲੈਂਦੇ ਆ ਮੁਸਲਮਾਨ, ਕਹਿੰਦੇ ਨੇ ਦੇ ਜੋ ਸਾਨੂੰ ਨਿਸ਼ਾਨੀ ਰਹੂਗੀ। ਅਗਲੀ ਥਾਂ ਤੇ ਮੁਸਲਮਾਨ ਵੀ ਰੱਖ ਲੈਂਦੇ ਆ ਇੱਕ ਖੜਾਮ, ਦੇ ਜੋ ਨਿਸ਼ਾਨੀ ਰਹੂਗੀ। ਪਰ ਉਹਨਾਂ ਨੂੰ ਵੱਟੇ ਮਾਰਨ ਵਾਲੇ ਵੀ ਸੀਗੇ ਨਾ। ਗੁਰੂ ਅੰਗਦ ਦੇਵ ਜੀ ਮਹਾਰਾਜ ਭਾਈ ਲਹਿਣਾ ਜੀ ਨਾਲ ਵੀ ਐਵੇਂ ਹੋਇਆ। ਗੁਰੂ ਅਮਰਦਾਸ ਜੀ ਨੂੰ ਲੋਕ ਅਮਰੂ ਕਹਿੰਦੇ ਸੀ, ਝੱਲਾ ਕਮਲਾ ਕਹਿੰਦੇ ਸੀ, ਇਹ ਕੁੜਮਾਂ ਦਾ ਪਾਣੀ ਢੋਂਦਾ। ਇਹ ਸਾਰੇ ਨਹੀਂ ਪਿਆਰ ਕਰਨ ਵਾਲੇ ਹੁੰਦੇ ਸੰਗਤ ਜੀ। ਇੱਦਾਂ ਹੀ ਸਾਰੇ ਗੁਰੂਆਂ ਨਾਲ ਇਵੇਂ ਹੋਇਆ ਹੈ। ਗੁਰੂ ਅਰਜਨ ਦੇਵ ਜੀ ਨੂੰ ਜਿਨ੍ਹਾਂ ਤੱਤੀ ਤਵੀ ਤੇ ਬਿਠਾਇਆ, ਉਹਨਾਂ ਪਿਆਰ ਥੋੜ੍ਹੀ ਕੀਤਾ, ਈਰਖਾ ਕੀਤੀ ਆ। ਐਵੇਂ ਹੀ ਬਿਲਕੁਲ ਗੁਰੂ ਤੇਗ ਬਹਾਦਰ ਜੀ ਨਾਲ ਇਹ ਈਰਖਾ ਕਰਨ ਵਾਲੇ ਵੀ ਹੈਗੇ ਸੀ। ਇਹ ਪਿਆਰ ਕਰਨ ਵਾਲੇ ਸੀ ਤੇ ਈਰਖਾ ਕਰਨ ਵਾਲੇ ਸੀ। ਐਵੇਂ ਫਿਰ ਇਹ ਈਰਖਾਲੂ ਲੋਕਾਂ ਦਾ ਬਿਰਤਾਂਤ ਕਵੀ ਜੀ ਕਹਿੰਦੇ ਐਵੇਂ ਹੀ ਹੋ ਗਿਆ ਹੈ ਚਿੱਠੀਆਂ ਦੇ ਦੁਆਰਾ। ਗੁਰ ਦਰੋਹੀ ਅਨਹਤ ਚਿਤਵੰਤ। ਜਿਹੜੇ ਗੁਰੂ ਦੇ ਦਰੋਹੀ ਨੇ, ਦੋਖੀ ਲੋਕ ਨੇ ਨਾ, ਉਹਨਾਂ ਨੂੰ ਚਿੰਤਾ ਲੱਗੀ ਆ ਇਸ ਗੱਲ ਦੀ, ਮਹਾਰਾਜ ਦੀ ਚੜ੍ਹਦੀ ਕਲਾ ਕਿਉਂ ਹੋ ਰਹੀ ਹੈ। ਬੁਰੇ ਭਲੇ ਕੀ ਸਾਰ ਨਾ ਜਾਣੈ। ਇਹੋ ਜਿਹੇ ਬੰਦੇ ਚੰਗੇ ਬੁਰੇ ਬਾਰੇ ਇਹਨਾਂ ਨੂੰ ਪਤਾ ਨਹੀਂ ਹੁੰਦਾ। ਇਹ ਤਾਂ ਸਿਰਫ ਈਰਖਾ ਦੇ ਵਸ ਹੋ ਕੇ ਚੱਲਦੇ ਹੁੰਦੇ ਹਨ ਜੀ। ਪਏ ਲੋਭ ਬਸ ਕਕ੍ਰਿਤ ਠਾਨੈ। ਇਹ ਲਾਲਚ ਦੇ ਵਸ ਆ ਕੇ ਜੋ ਬਾਬਾ ਧੀਰਮਲ ਜੀ ਕਰ ਰਹੇ ਨੇ, ਉਹਨਾਂ ਦੇ ਵਸ ਨਹੀਂ ਹੈ। ਇਹ ਸਾਰੀਆਂ ਗੱਲਾਂ ਕੋ ਕਰਮ ਕਰਦੇ ਹਨ ਜੋ। ਇੱਕ ਦਿਨ ਤੁਰ ਕੇਸ਼ਰ ਕੇ ਤੀਰ। ਇੱਕ ਦਿਨ ਫਿਰ ਬਾਬਾ ਜਿਹੜੇ ਰਾਮ ਰਾਏ ਜੀ ਹਨ ਨਾ, ਉਹ ਔਰੰਗਜ਼ੇਬ ਦੇ ਕੋਲ ਜਾਂਦੇ ਨੇ। ਇਹ ਸਾਰੀ ਯੋਜਨਾ ਉਹਨਾਂ ਨੇ ਬਣਾਈ ਹੋਈ ਹੈ। ਬੈਠਿਓ ਰਾਮ ਰਾਏ ਨਰ ਪੀਰ। ਇਵੇਂ ਬਹੁਤ ਸਾਰੀ ਉੱਥੇ ਭੀੜ ਸਜੀ ਹੋਈ ਆ, ਬਹੁਤ ਸਾਰੇ ਮਨੁੱਖ ਆਏ ਨੇ ਸਭਾ ਦੇ ਵਿੱਚ, ਤੇ ਬਾਬਾ ਰਾਮ ਰਾਏ ਜੀ ਔਰੰਗਜ਼ੇਬ ਕੋਲ ਜਾਂਦੇ ਹਨ। ਕਹਿਓ ਪ੍ਰਸੰਗ ਗੁਰਨ ਕੋ ਤੌਣ। ਜਦੋਂ ਫਿਰ ਬਾਦਸ਼ਾਹ ਨੇ ਗੁਰੂ ਮਹਾਰਾਜ ਦਾ ਪ੍ਰਸੰਗ ਤੋਰਿਆ ਹੈ ਭਰੀ ਹੋਈ ਸਭਾ ਦੇ ਅੰਦਰ। ਅਬ ਗਾਦੀ ਪਰ ਬੈਠਿਓ ਕੌਣ। ਕਹਿੰਦੇ ਜਿਹੜੀ ਗੁਰੂ ਨਾਨਕ ਦੀ ਗੁਰਤਾ ਗੱਦੀ ਆ, ਔਰੰਗਜ਼ੇਬ ਪੁੱਛਦਾ ਹੈ ਬਾਬਾ ਰਾਮ ਰਾਏ ਜੀ ਨੂੰ, ਉੱਥੇ ਕੌਣ ਬੈਠਾ ਜਿਹੜੀ ਗੁਰੂ ਨਾਨਕ ਦੀ ਗੱਦੀ ਹੈ। ਸ਼੍ਰੀ ਹਰਿ ਕ੍ਰਿਸ਼ਨ ਬਾਲ ਬਹਿ ਜਾਹੇ। ਜਿਹੜੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਹਨ, ਕੀ ਉਹੀ ਹੁਣ ਗੁਰਤਾ ਗੱਦੀ ਤੇ ਉਹ ਬੈਠੇ ਨੇ, ਕਿ ਉਹਨਾਂ ਦੀ ਉਮਰ ਜਿਹੜੀ ਸੀ ਉਹ ਚਲੇ ਗਏ ਹਨ ਸੱਚਖੰਡ ਦੇ ਵਿੱਚ। ਪਹੁੰਚੇ ਸੋ ਪ੍ਰਲੋਕ ਕੇ ਮਾਹੇ। ਉਹਨਾਂ ਦੇ ਪ੍ਰਲੋਕ ਜਾਣ ਤੋਂ ਬਾਅਦ ਕੀ ਕੀ ਹੋ ਗਿਆ ਹੈ, ਕੌਣ ਗੱਦੀ ਤੇ ਸਜਿਆ ਹੈ ਹੁਣ। ਅਧਿਕਾਰੀ ਸੁਤ ਹੁਤੋ ਨਾ ਕੋਏ। ਉਹ ਤਾਂ ਬੜੀ ਛੋਟੀ ਉਮਰ ਦੇ ਸੀ, ਉਹਨਾਂ ਦਾ ਕੋਈ ਉੱਤਰ ਅਧਿਕਾਰੀ ਵੀ ਨਹੀਂ ਸੀ। ਗੱਦੀ ਪਰ ਬੈਠਤ ਹੈ ਜੋਏ। ਜਿਹੜਾ ਕਿ ਗੱਦੀ ਉੱਪਰ ਬਹਿ ਸਕਦਾ, ਉਹ ਤਾਂ ਬਾਲੜੇ ਸਨ, ਛੋਟੀ ਉਮਰ ਵਿੱਚ ਸਨ। ਉਹਨਾਂ ਦਾ ਕੋਈ ਪੁੱਤਰ ਵੀ ਨਹੀਂ ਸੀ ਜਿਹੜਾ ਗੱਦੀ ਤੇ ਬੈਠ ਸਕਦਾ। ਤਾਂ ਹੁਣ ਗੁਰੂ ਨਾਨਕ ਦੀ ਗੱਦੀ ਤੇ ਔਰੰਗਜ਼ੇਬ ਸਵਾਲ ਕਰਦਾ ਹੈ ਕਿ ਕੌਣ ਬੈਠਾ ਹੋਇਆ ਹੈ ਜੀ। ਰਾਮ ਰਾਏ ਸਭ ਬਾਤ ਸੁਣਾਈ। ਬਾਬਾ ਰਾਮ ਰਾਏ ਜੀ ਨੇ ਸਾਰੀ ਬਾਤ ਜਿਹੜੀ ਸੀ, ਗੱਲ ਜਿਹੜੀ ਸੀ ਸੁਣੀ ਆ, ਤੇ ਉਹਦਾ ਜਵਾਬ ਐਵੇਂ ਦਿੰਦੇ ਹਨ ਸੁਣ ਕੇ ਔਰੰਗਜ਼ੇਬ ਨੂੰ। ਸ਼੍ਰੀ ਹਰਿ ਕ੍ਰਿਸ਼ਨ ਕਹੀ ਗੁਰ ਆਈ। ਕਹਿੰਦੇ ਜਿਹੜੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਗੁਰਤਾ ਗੱਦੀ ਮਿਲੀ ਸੀ, ਉਹਨਾਂ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਕੁਝ ਸ਼ਬਦ ਕਹੇ ਸਨ। ਹੁਤੋ ਹਮਾਰੀ ਕੁਲ ਮਹਿ ਏਕ। ਕਹਿੰਦੇ ਸੀਗੇ ਬਾਬਾ ਵਸੇ ਗ੍ਰਾਮ ਬਕਾਲੇ, ਉਹ ਬਕਾਲੇ ਵਿੱਚ ਵਸਦੇ ਨੇ ਅਗਲੇ ਗੁਰੂ। ਤੇ ਕਹਿੰਦੇ ਸਾਡੇ ਹੀ ਵੰਸ਼ ਦੇ ਵਿੱਚੋਂ ਇੱਕ ਵਿਅਕਤੀ ਆ ਜਿਹਨੂੰ ਨਾ ਕੋਈ ਕਬੀਲਦਾਰੀ ਦੀ ਸਮਝ ਹੈ, ਨਾ ਕੋਈ ਕਾਰ ਵਿਹਾਰ ਉਹਨੂੰ ਆਉਂਦਾ ਹੈ ਜੀ। ਜਿਸ ਕੈ ਨਹਿ ਵਿਵਹਾਰ ਵਿਵੇਕ। ਇਹ ਬਾਦਸ਼ਾਹ ਜੀ ਨਾ ਹੀ ਉਹਨੂੰ ਕੋਈ ਗਿਆਨ ਹੈ, ਨਾ ਹੀ ਉਹਦੇ ਕੋਲ ਕੋਈ ਗਿਆਨ ਦੀ ਗੱਲ ਹੁੰਦੀ ਹੈ ਉਸਨੂੰ। ਉਹ ਗੱਦੀ ਤੇ ਸਜ ਗਿਆ ਹੈ ਹੁਣ। ਸੋ ਗਾਦੀ ਪਰ ਹੋਏ ਵਿਦਤਾਇਓ। ਉਹ ਗੁਰੂ ਨਾਨਕ ਦੀ ਗੱਦੀ ਤੇ ਸਜ ਗਏ, 9ਵੇਂ ਗੁਰੂ ਨਾਨਕ ਬਣ ਬੈਠੇ ਹਨ। ਉਹਨਾਂ ਨੂੰ ਭੋਰਾ ਵੀ ਲਿਆਕਤ ਸਮਝ ਨਹੀਂ ਹੈ ਇਸ ਦੀ।
सुनियो सो मैं निज नगर बसायो। ਬਾਬਾ ਰਾਮ ਰਾਏ ਜੀ ਔਰੰਗਜ਼ੇਬ ਨੂੰ ਕਹਿਣ ਲੱਗੇ, ਕਹਿੰਦੇ ਸੁਣਿਆ ਇੱਕ ਨਗਰ ਵਸਾ ਰਹੇ ਨੇ, ਨਵਾਂ ਇੱਕ ਪਿੰਡ ਵਸਾ ਰਹੇ ਆ। ਇਹ ਆਨੰਦਪੁਰ ਸਾਹਿਬ ਦਾ ਉਹਨਾਂ ਨੇ ਜ਼ਿਕਰ ਕਰ ਦਿੱਤਾ ਹੈ। अजमत सहत लोक तिस कहें। ਇਸ ਕਰਕੇ ਕਹਿੰਦੇ ਉਹਨਾਂ ਦੇ ਪਾਸ ਕਰਾਮਾਤ ਜਿਹੜੇ ਨੇ ਉਹ ਲੋਕ ਰਹਿੰਦੇ ਨੇ, ਕਰਾਮਾਤ ਦੇ ਦੁਆਰਾ ਸੱਦ ਲੈਂਦੇ ਹਨ ਲੋਕਾਂ ਨੂੰ। अर्प है दर्भ कामना लहें। ਲੋਕ ਉਹਨਾਂ ਨੂੰ ਚੜਾਵਾ ਦਿੰਦੇ ਨੇ, ਤੋਹਫੇ ਦਿੰਦੇ ਨੇ, ਨਜ਼ਰਾਨੇ ਦਿੰਦੇ ਹਨ। ਹੁਣ प्रगट्यो गुरु तब है लख ले हैं। ਇਵੇਂ ਹੁਣ ਪ੍ਰਗਟ ਹੋ ਕੇ ਬਹਿ ਗਏ ਨੇ, ਭਾਵ ਕਿ ਸਾਰਾ ਚੜਾਵਾ ਉਹਨਾਂ ਦੇ ਕੋਲ ਹੀ ਚਲਾ ਜਾਂਦਾ ਹੈ। टिगरावर की अजमत दे। ਇਸ ਕਰਕੇ ਕਹਿੰਦੇ ਜੇ ਇੱਥੇ ਆ ਕੇ ਕਰਾਮਾਤ ਦਿਖਾਉਣ ਤੁਹਾਡੇ ਕੋਲੇ ਤਾਂ ਆਪਾਂ ਉਹਨਾਂ ਨੂੰ ਗੁਰੂ ਮੰਨ ਸਕਦੇ ਹਾਂ। ਇਸ ਕਰਕੇ ਉਹਨਾਂ ਸਮਾਂ ਨਹੀਂ ਜਿਤਨਾ ਸਮਾਂ ਉਹ ਆਪਣੇ ਆਪ ਨੂੰ ਗੁਰੂ ਮੰਨਦੇ ਨੇ, ਐਵੇਂ ਗੁਰੂ ਨਹੀਂ ਮੰਨਿਆ ਜਾ ਸਕਦਾ ਹੈ। ना हित झूठ साज कह करके। ਇਹ ਬਾਦਸ਼ਾਹ ਜੀ ਜੇ ਤੁਹਾਡੇ ਕੋਲ ਆਵੇ ਉਹ ਗੁਰੂ ਤੇਗ ਬਹਾਦਰ ਜੋ ਬਣਿਆ ਹੈ, ਕਰਾਮਾਤ ਦਿਖਾਵੇ ਤੇ ਕਹੀਏ ਸੱਚ ਹੈ, ਸੱਚਾ ਗੁਰੂ ਆ। ਇਹ ਕਰਾਮਾਤ ਨਹੀਂ ਦਿਖਾਉਂਦਾ ਤੇ ਝੂਠਾ ਹੀ ਹੈ, ਫਿਰ ਸੱਚਾ ਨਹੀਂ ਕਹਾ ਸਕਦਾ ਹੈ। ਬਿਰਮਾਵਹਿ ਨਰਗਨ ਛਲ ਧਰ ਕੇ। ਫਿਰ ਤੁਹਾਨੂੰ ਇਹ ਮੰਨਣਾ ਚਾਹੀਦਾ ਲੋਕਾਂ ਨੂੰ ਛਲ ਰਿਹਾ, ਠੱਗ ਰਿਹਾ। ਜੇ ਉਹਦੇ ਕੋਲ ਕੋਈ ਕਰਾਮਾਤ ਹੀ ਨਹੀਂ, ਉਹ ਕੋਈ ਪੀਰ ਫਕੀਰ ਜਾਂ ਗੁਰੂ ਕਿਵੇਂ ਬਣ ਸਕਦਾ ਹੈ ਜੀ। ਸੁਨ ਇਮ ਸ਼ਾਹੂ ਗਿਰਾ ਤਬ ਕਰੀ। ਇਵੇਂ ਫਿਰ ਜਿਹੜਾ ਔਰੰਗਜ਼ੇਬ ਬਾਦਸ਼ਾਹ ਹੈ ਉਹਨੇ ਬਾਬਾ ਰਾਮ ਰਾਏ ਜੀ ਤੋਂ ਸਾਰੀ ਗਾਥਾ ਜਿਹੜੀ ਸੁਣਨੀ ਕੀਤੀ ਹੈ। ਤੂੰ ਮਹਿ ਅਜ਼ਮਤ ਮੈਂ ਬਹੁਲਰੀ। ਕਹਿਣ ਲੱਗੇ ਕਿ ਤੇਰੇ ਵਿੱਚ ਮੈਂ ਬੜੀ ਕਰਾਮਾਤ ਵੇਖੀ ਹੈ, ਬਹੁਤ 72 ਕਰਾਮਾਤਾਂ ਤੂੰ ਦਿਖਾਈਆਂ ਨੇ, ਜਾਂ ਇਸ ਤੋਂ ਵੱਧ ਕੇ ਵੀ ਹੋਰ ਕੁਝ ਬੜਾ ਵੱਖ-ਵੱਖ ਕੀਤਾ। ਕਹਿੰਦੇ ਤੇਰੇ ਵਿੱਚ ਮੈਂ ਸਾਰੀਆਂ ਗੱਲਾਂ ਪ੍ਰਗਟ ਦੇਖੀਆਂ ਹਨ ਰੂਪ ਦੇ ਵਿੱਚ। ਨਹਿ ਏਤਿਕ ਕਿਸ ਅਪਰ ਮਜਾਰੀ। ਕਹਿੰਦੇ ਇੰਨੀ ਕਰਾਮਾਤ ਕੋਈ ਨਹੀਂ ਦਿਖਾ ਸਕਦਾ ਜਿੰਨੀ ਤੂੰ ਮੈਨੂੰ ਇੱਥੇ ਦਰਬਾਰ ਵਿੱਚ ਦਿਖਾਉਂਦਾ ਰਿਹਾ ਹੈ। ਕਹਾਂ ਕਹਿ ਤਿਸ ਨਿਕਟ ਹਕਾਰੀ। ਕੀ ਕਰਾਂਗੇ ਕਹਿੰਦੇ ਗੁਰੂ ਤੇਗ ਬਹਾਦਰ ਨੂੰ ਇੱਥੇ ਬੁਲਾ ਕੇ, ਉਹ ਤੇਰੇ ਜਿੰਨੀ ਤਾਂ ਨਹੀਂ ਨਾ ਦਿਖਾ ਸਕਦੇ, ਤੂੰ ਹੀ ਜੋ ਦਿਖਾ ਦਿੱਤਾ ਇਤਨਾ ਹੀ ਮੈਨੂੰ ਬੜਾ ਲੱਗਦਾ ਹੈ। ਹੁਣ ਤੁਮ ਪੀ ਗੁਰ ਕਰਕੇ ਸੁਤ ਪੋਤੇ। ਕਹਿੰਦੇ ਇਸ ਕਰਕੇ ਤੁਸੀਂ ਵੀ ਤਾਂ ਗੁਰੂਆਂ ਦੀ ਅੰਸ਼ ਵੰਸ਼ ਵਿੱਚੋਂ ਹੀ ਹੋਏ ਹੋ ਨਾ, ਗੁਰੂ ਹਰ ਰਾਏ ਜੀ ਦੇ ਵੱਡੇ ਸੁਪੁੱਤਰ ਹੋ ਬਾਬਾ ਰਾਮ ਰਾਏ ਜੀ ਤੁਸੀਂ ਵੀ। ਅਪਰ ਅਲਪ ਜਾਨੋ ਸਭ ਤੋਤੇ। ਇਸ ਕਰਕੇ ਸਾਰੇ ਹੀ ਜਿੰਨੇ ਗੁਰੂ ਘਰ ਦੇ ਵਿੱਚ ਪੋਤੇ ਜਾਂ ਪੁੱਤਰ ਹੋਏ ਨੇ ਉਹਨਾਂ ਵਿੱਚ ਜ਼ਰੂਰ ਕਰਾਮਾਤ ਹੁੰਦੀ ਕੋਈ ਨਾ ਕੋਈ। ਰਾਮ ਰਾਏ ਸੁਨ ਬਹੁਰ ਬਖਾਨੀ। ਇਸ ਕਰਕੇ ਕਹਿੰਦੇ ਉਹ ਸਾਰੇ ਤੁਹਾਡੇ ਤੋਂ ਛੋਟੇ ਹੀ ਹੋਣਗੇ। ਪਰ ਬਾਬਾ ਰਾਮ ਰਾਏ ਜੀ ਨੇ ਜਦੋਂ ਗੱਲ ਸੁਣੀ ਆ ਤੇ ਕਹਿਣ ਲੱਗੇ ਔਰੰਗਜ਼ੇਬ ਨੂੰ, ਤੁਮ ਮਾਲਕ ਹੋ ਸਕਲ ਸਥਾਨੀ। ਕਹਿੰਦੇ ਹੇ ਬਾਦਸ਼ਾਹ ਜੀ ਤੁਸੀਂ ਤਾਂ ਸਭ ਥਾਵਾਂ ਦੇ ਮਾਲਕ ਹੋ, ਆ ਸਾਰੀ ਧਰਤੀ ਤੁਹਾਡੀ ਹੀ ਹੈ, ਸਾਰੇ ਤੇ ਇਲਾਕੇ ਤੁਹਾਡੇ ਹੀ ਹੋਏ ਹਨ। ਹੁਣ ਤਿਸ ਮਹਿ ਬਸਹਿ ਜੇ ਨਰ ਸਮੁਦਾਇ। ਇਸ ਧਰਤੀ ਦੇ ਟੁਕੜਿਆਂ ਤੇ ਜਿਹੜੇ ਵੀ ਲੋਕ ਆ ਕੇ ਵਸ ਜਾਂਦੇ ਨੇ ਉਹਨਾਂ ਨੂੰ ਤੁਹਾਡਾ ਹੁਕਮ ਮੰਨਣਾ ਬਣਦਾ ਹੁੰਦਾ ਹੈ। ਕਿਉਂ ਨ ਤੁਮਾਰੋ ਕਾਜ ਬਣਾਏ। ਉਹ ਕਿਵੇਂ ਤੁਹਾਡੇ ਤੋਂ ਪਾਸੇ ਹੋ ਸਕਦੇ ਨੇ, ਉਹਨਾਂ ਨੂੰ ਤੁਹਾਡੀ ਜਿਹੜੀ ਅਧੀਨਤਾ ਸਵੀਕਾਰ ਕਰਨੀ ਬਣਦੀ ਹੈ ਸਦਾ ਹੀ। ਸੁਨ ਇਮ ਸ਼ਾਹੂ ਮੌਨ ਕਰ ਰਹਿਓ। ਇਹ ਜਦੋਂ ਗੱਲ ਫਿਰ ਔਰੰਗਜ਼ੇਬ ਨੂੰ ਕਹਿ ਦਿੱਤੀ ਹੈ ਕਿ ਤੁਸੀਂ ਇਹ ਕਾਰਜ ਕਿਉਂ ਨਹੀਂ ਕਰਦੇ, ਭਾਵ ਸਾਰੀ ਧਰਤੀ ਤੇ ਤੁਹਾਡਾ ਹੀ ਰਾਜ ਆ, ਹਕੂਮਤ ਆ, ਸਭ ਨੂੰ ਤੁਹਾਡਾ ਕਹਿਣਾ ਮੰਨਣਾ ਬਣਦਾ ਹੈ। ਇਹ ਕਹਿ ਕੇ ਸੁਣ ਕੇ ਔਰੰਗਜ਼ੇਬ ਫਿਰ ਚੁੱਪ ਹੋ ਗਿਆ, ਸ਼ਾਂਤ ਹੋ ਗਿਆ ਹੈ। ਅਪਰ ਪ੍ਰਸੰਗ ਚੱਲਿਓ ਕਿਸ ਕਹਿਓ। ਫਿਰ ਜਿਹੜਾ ਹੋਰ ਪ੍ਰਸੰਗ ਸਭਾ ਦੇ ਵਿੱਚ ਚੱਲਿਆ ਹੈ, ਕਿਸੇ ਨੇ ਹੋਰ ਤਰ੍ਹਾਂ ਦੀਆਂ ਗੱਲਾਂ ਫਿਰ ਅੱਗੇ ਸ਼ੁਰੂ ਕਰ ਦਿੱਤੀਆਂ ਹਨ। ਇਹ ਬ੍ਰਿਤਾਂਤ ਪਾ ਸਭਾ ਮਜਾਰੀ। ਇਵੇਂ ਫਿਰ ਇਹ ਜਿਹੜਾ ਬਿਰਤਾਂਤ ਸੀ ਇਹ ਬਾਦਸ਼ਾਹ ਔਰੰਗਜ਼ੇਬ ਦੀ ਜਿਹੜੀ ਸਭਾ ਸਜਦੀ ਆ ਨਾ ਉਹਦੇ ਵਿੱਚ ਵਾਪਰਿਆ ਹੈ। ਸੁਨਿਓ ਸੋ ਪੁਰ ਕੀ ਸੰਗਤ ਸਾਰੀ। ਤੇ ਉੱਥੇ ਰਹਿਣ ਵਾਲੇ ਜਿਹੜੇ ਦਿੱਲੀ ਦੇ ਵਾਸੀ ਸੀ ਉਹਨਾਂ ਨੇ ਸਰਵਣ ਕੀਤਾ ਕਿ ਬਾਬਾ ਰਾਮ ਰਾਏ ਜੀ ਦਾ ਉਕਸਾ ਰਹੇ ਨੇ ਔਰੰਗਜ਼ੇਬ ਨੂੰ ਕਿ ਉਹ ਗੁਰੂ ਤੇਗ ਬਹਾਦਰ ਨੂੰ ਆਪਣੇ ਕੋਲ ਬੁਲਾਉਣਗੇ, ਕਰਾਮਾਤ ਪ੍ਰਗਟ ਕਰਨ ਲਈ ਕਹਿਣਗੇ। ਜੇ ਉਹ ਕਰਾਮਾਤ ਨਹੀਂ ਦਿਖਾਉਣਗੇ ਤਾਂ ਕੈਦ ਵਿੱਚ ਪਾ ਦੇਣਗੇ।
ਇਹ ਹੁਣ ਜਿਹੜੀ ਪਿਆਰ ਕਰਨ ਵਾਲੀ ਸੰਗਤ ਹੈ ਉਹਨਾਂ ਕੋਲੇ ਖਬਰ ਪਹੁੰਚ ਗਈ ਕਿ ਬਾਬਾ ਰਾਮ ਰਾਏ ਜੀ ਉਵੇਂ ਹੀ ਕਰ ਰਹੇ ਆ ਜਿਵੇਂ ਗੁਰੂ ਹਰਕ੍ਰਿਸ਼ਨ ਜੀ ਦੇ ਸਮੇਂ ਕਰਦੇ ਸੀ। ਈਰਖਾ ਵਿੱਚ ਆ ਕੇ ਕੰਨ ਭਰ ਰਹੇ ਨੇ ਬਾਦਸ਼ਾਹ ਦੇ। ਤਾਂ ਸੰਗਤਾਂ ਨੂੰ ਬੜਾ ਦੁੱਖ ਹੋਇਆ ਸੁਣ ਕੇ। ਫਿਰ ਰਾਮ ਰਾਏ ਇਨ ਸੰਗ ਖੁਟਾਈ। ਇਹ ਬਾਬਾ ਰਾਮ ਰਾਏ ਜੀ ਕਿਵੇਂ ਇੰਨਾ ਖੋਟਾਪਣ ਆ ਗਿਆ ਉਹਨਾਂ ਦੇ ਅੰਦਰ। ਗੁਰੂ ਤੇਗ ਬਹਾਦਰ ਜੀ ਨੂੰ ਕੈਦ ਕਰਵਾਉਣਾ ਚਾਹੁੰਦੇ ਹਨ। ਕਰਿਓ ਚਾਹਤ ਹੈ ਬਹੁ ਬਿਦਤਾਈ। ਇਵੇਂ ਕਹਿੰਦੇ ਇੰਨੀ ਜ਼ਿਆਦਾ ਈਰਖਾ ਕਰਦੇ ਨੇ। ਇੰਨੀਆਂ ਗੱਲਾਂ ਸਭਾ ਦੇ ਵਿੱਚ ਉਹਨਾਂ ਨੇ ਆਖ ਦਿੱਤੀਆਂ ਹਨ। ਮਿਲਹਿ ਪਰਸ ਪਰ ਸਿੱਖ ਸਭ ਕਹੈ। ਇਵੇਂ ਸਾਰੇ ਸਿੱਖ ਮਿਲ ਕੇ ਇੱਕ ਦੂਜੇ ਨੂੰ ਕਹਿੰਦੇ ਨੇ ਸਾਨੂੰ ਹੁਣ ਗੁਰੂ ਸਾਹਿਬ ਜੀ ਦੇ ਕੋਲ ਜਾ ਕੇ ਦੱਸਣਾ ਬਣਦਾ ਹੈ। ਇਹ ਉਤਪਾਤ ਕਰਤ ਹੀ ਰਹੈ। ਕਹਿੰਦੇ ਨਹੀਂ ਕੋਈ ਨਾ ਕੋਈ ਤਾਂ ਇਹ ਇਦਾਂ ਗੱਲ ਕਰਦੇ ਹੀ ਰਹਿੰਦੇ ਆ ਬਾਬਾ ਰਾਮ ਰਾਏ ਜੀ। ਭਾਵ ਇਹਨਾਂ ਨੇ ਜ਼ਰੂਰ ਕੋਈ ਨਾ ਕੋਈ ਉਹ ਪੱਧਰ ਜਿਹੜਾ ਰੌਲਾ ਰੱਪਾ ਪਾਉਣਾ ਹੀ ਹੁੰਦਾ ਹੈ। ਕਿੰਨੇ ਕੁ ਸਮੇਂ ਬਾਅਦ ਆ ਜਾਂਦੇ ਹਨ ਫਿਰ ਔਰੰਗਜ਼ੇਬ ਦੇ ਪਾਸ। ਪੁਨ ਕੀਰਤਿਕ ਦਿਨ ਦੀਨ ਬਿਤਾਏ। ਇਵੇਂ ਫਿਰ ਕਈ ਦਿਨ ਇਵੇਂ ਬਤੀਤ ਹੁੰਦੇ ਰਹੇ। ਔਰੰਗਜ਼ੇਬ ਦੀ ਸਭਾ ਸਜਦੀ ਰਹੀ। ਬਾਬਾ ਰਾਮ ਰਾਏ ਜੀ ਉਹਨਾਂ ਨੂੰ ਗੁਰੂ ਤੇਗ ਬਹਾਦਰ ਦੇ ਬਾਰੇ ਆਖਦੇ ਰਹੇ ਹਨ। ਪੁਨ ਸੰਗਤ ਮਿਲ ਕਰ ਸਮੁਦਾਇ। ਦਿੱਲੀ ਵਾਲੀ ਸੰਗਤ ਨੇ ਇਕੱਠੇ ਹੋ ਕੇ ਫੈਸਲਾ ਕੀਤਾ, ਆਪਸ ਵਿੱਚ ਸਲਾਹ ਕੀਤੀ ਹੈ। ਦਰਸ਼ਨ ਕੀ ਲਾਲਸ ਬਹੁ ਜਾਗੀ। ਕਹਿੰਦੇ ਸਾਨੂੰ ਦਰਸ਼ਨ ਕਰਨੇ ਬਣਦੇ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ। ਜਾਣਾ ਚਾਹੀਦਾ ਉਹਨਾਂ ਦੇ ਪਾਸ ਹੁਣ। ਭਈ ਤਿਆਰ ਕੀਤਕ ਬੜ ਭਾਗੀ। ਇਵੇਂ ਫਿਰ ਵੱਡੇ ਭਾਗ ਵਾਲੇ ਜਿਹੜੇ ਸਿੱਖ ਸੀ ਨਾ ਸਾਰੇ ਤਿਆਰ ਹੋ ਗਏ ਗੁਰੂ ਤੇਗ ਬਹਾਦਰ ਜੀ ਕੋਲ ਜਾਣ ਵਾਸਤੇ। ਲੈ ਲੈ ਵਸਤ ਅਜਾਇਬ ਚਲੇ। ਤੇ ਇਹਨਾਂ ਨੇ ਤੋਹਫੇ ਲੈ ਲਏ ਮਹਾਰਾਜ ਨੂੰ ਦੇਣ ਵਾਸਤੇ। ਕੁਝ ਨਜ਼ਰਾਨੇ ਲੈ ਲਏ, ਖਰੀਦਣੇ ਕੀਤੇ ਹਨ ਜੀ। ਤਨ ਗਨ ਲੀਨ ਰਿਝਾਵਨ ਪਲੇ। ਗੁਰੂ ਮਹਾਰਾਜ ਨੂੰ ਪ੍ਰਸੰਨ ਕਰਨ ਲਈ ਕੁਝ ਧਨ ਦੌਲਤ ਲੈ ਲਿਆ। ਜਥਾ ਸ਼ਕਤ ਮਾਇਆ ਆਪਣੇ ਨਾਲ ਦਸਵੰਧ ਲੈ ਲਿਆ ਹੈ। ਸਿਮਰਤ ਸਤਿਗੁਰ ਕੋ ਚਲ ਆਏ। ਇਵੇਂ ਫਿਰ ਰਸਤੇ ਵਿੱਚ ਗੁਰੂ ਗੁਰੂ ਕਰਦੇ ਹੋਏ, ਗੁਰੂ ਗੁਰੂ ਜਪਦੇ ਹੋਏ ਰਾਹੇ ਰਾਹ ਦਿੱਲੀ ਤੋਂ ਹੁੰਦੇ ਹੋਏ ਗੁਰੂ ਜੀ ਕੋਲ ਆ ਕੇ ਪਹੁੰਚੇ ਹਨ। ਇਹ ਪੰਥ ਆਨੰਦਪੁਰੇ ਨਿਰਾਏ। ਜਿੱਥੇ ਉਦੋਂ ਆਨੰਦਪੁਰ ਸਾਹਿਬ ਵਸ ਰਿਹਾ ਸੀ। ਮਹਾਰਾਜ ਉਹਦੀ ਚਿਣਵਾਈ ਕਰਵਾ ਰਹੇ ਨਗਰਾਂ ਦੀ। ਨਵੀਆਂ ਦੁਕਾਨਾਂ ਜਿੱਥੇ ਬਣ ਰਹੀਆਂ ਨੇ ਉੱਥੇ ਇਹਨਾਂ ਨੇ ਆਉਣਾ ਕੀਤਾ ਆਨੰਦਾਂਗੀਪੁਰੀ ਦੇ ਵਿੱਚ। ਹਰਖੀ ਜਬ ਹੈ ਪ੍ਰਵੇਸ਼ੇ ਪੁਰ ਮੈਂ। ਜਦੋਂ ਇਹਨਾਂ ਨਗਰ ਵਿੱਚ ਪ੍ਰਵੇਸ਼ ਕੀਤਾ ਪਹਾੜਾਂ ਦੇ ਵਿੱਚ ਇਹ ਜਿਹੜਾ ਨਗਰ ਬਣ ਰਿਹਾ ਸੀ। ਪ੍ਰਥਮ ਸਿਵਰ ਕੋ ਕਰ ਸੁਖ ਔਰ ਮੈਂ। ਉੱਥੇ ਡੇਰਾ ਲਾ ਕੇ ਬੜੀ ਸ਼ਾਂਤੀ ਸੀ। ਬੜਾ ਇਹਨਾਂ ਨੂੰ ਸੁੱਖ ਮਿਲਿਆ ਹੈ ਸਾਧ ਸੰਗਤ ਜੀ। ਪਾਈ ਰੂਪਾਨ ਪਖਾਰੇ ਪਾਨੀ। ਇਵੇਂ ਫਿਰ ਇਹਨਾਂ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਬੇਨਤੀ ਕੀਤੀ ਹੈ ਤੇ ਉੱਥੇ ਜਪਦੇ ਹੋਏ ਆਪਣੇ ਚਰਨਾਂ ਨੂੰ ਧੋਣਾ ਕੀਤਾ ਹੈ ਜੀ। ਵਸਤਰ ਪਹਿਰ ਕਰ ਸ਼ਰਮ ਕੋ ਹਾਨੀ। ਕੱਪੜੇ ਪਹਿਨ ਕੇ ਆਪਣੀ ਜਿਹੜੀ ਥਕਾਵਟ ਆ ਉਹਨਾਂ ਨੂੰ ਦੂਰ ਕੀਤਾ ਹੈ। ਇਸ਼ਨਾਨ ਕੀਤਾ ਇਹਨਾਂ ਨੇ ਇੱਥੇ ਆ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਤੋਂ ਪਹਿਲਾਂ ਹੀ। ਸਭ ਅਕੂਰ ਲੈ ਗੁਰ ਟਿਕ ਗਏ। ਫਿਰ ਜਿੰਨੇ ਉਪਹਾਰ ਸੀ ਸਾਰਿਆਂ ਨੇ ਇਕੱਠੇ ਕਰ ਲਏ। ਜਿੰਨੇ ਵੀ ਲਿਆਂਦੇ ਸੀ ਇੱਕ ਜਗ੍ਹਾ ਉੱਪਰ ਇਕੱਠੇ ਕਰਕੇ ਮਹਾਮਸੰਦ ਅਗਾਊ ਪਏ। ਜਿਹੜੇ ਗੁਰੂ ਘਰ ਦੇ ਪ੍ਰਚਾਰਕ ਸੀ ਉਹਨਾਂ ਨੂੰ ਆ ਕੇ ਸਭ ਤੋਂ ਪਹਿਲਾਂ ਮਿਲਣਾ ਕੀਤਾ ਹੈ। ਚਰਨ ਕਮਲ ਪਰ ਅਰਪ ਅਕੂਰ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਚਰਨ ਕਮਲ ਹਨ। ਗੁਰੂ ਮਹਾਰਾਜ ਨਾਲ ਇਹਨਾਂ ਦਿੱਲੀ ਵਾਲੀ ਸੰਗਤ ਨੇ ਬੜਾ ਪਿਆਰ ਬਣਾਇਆ ਹੈ। ਅਭਿਵੰਦਨ ਸਨਮੁਖ ਕਰ ਜੋਰ। ਉਹ ਹੱਥ ਜੋੜ ਕੇ ਸਜਦਾ ਕਰਕੇ ਭਾਵ ਸਾਰੇ ਤੋਹਫੇ ਅੱਗੇ ਲਿਆ ਕੇ ਰੱਖ ਦਿੱਤੇ ਹਨ ਗੁਰੂ ਜੀ ਕੇ। ਬੈਠੇ ਦਰਸ਼ਨ ਕਰ ਹਰ ਖਾਏ। ਬਹੁਤ ਖੁਸ਼ੀ ਇਹਨਾਂ ਨੂੰ ਹੋਈ ਜਦੋਂ ਸਾਧ ਸੰਗਤ ਜੀ ਇਹਨਾਂ ਨੇ ਗੁਰੂ ਤੇਗ ਬਹਾਦਰ ਦੇ ਦਰਸ਼ਨ ਕੀਤੇ ਹਨ। ਕੁਸ਼ਲ ਪ੍ਰਸਨ ਕੋ ਕੀਨ ਸੁਨਾਏ। ਗੁਰੂ ਮਹਾਰਾਜ ਨੇ ਇਹਨਾਂ ਦੀ ਸੁੱਖ ਸਾਂਦ ਪੁੱਛੀ ਹੈ। ਆਈਆਂ ਸੰਗਤਾਂ ਦਾ ਹਾਲ ਪੁੱਛਿਆ। ਕੁਸ਼ਲ ਮੰਗਲ ਸਾਰਿਆਂ ਨੂੰ ਬੇਨਤੀ ਕੀਤੀ ਹੈ ਜੀ।
ਬਿਨਤੀ ਕਰ ਕਰ ਬਿਤ ਅਰਪੰਤੇ। ਇਵੇਂ ਫਿਰ ਬੇਨਤੀਆਂ ਕਰ ਕਰ ਕੇ, ਅਰਦਾਸਾਂ ਕਰ ਕਰ ਕੇ ਸਿੱਖਾਂ ਨੂੰ ਬੜਾ ਅੰਦਰ ਉਤਸ਼ਾਹ ਹੋ ਗਿਆ ਹੈ। ਸਭ ਦੇ ਹੀ ਸਭ ਸਿੱਖਿਅਨ ਕੇ ਨਾਮ ਪਨੰਤੇ। ਗੁਰੂ ਮਹਾਰਾਜ ਨੇ ਇੱਕ ਇੱਕ ਸਿੱਖ ਤੋਂ ਉਹਨਾਂ ਦਾ ਨਾਮ ਪੁੱਛਿਆ ਹੈ, ਉਹਨਾਂ ਦੀ ਜਿਹੜੀ ਹਾਲ ਚਾਲ, ਕਬੀਲਦਾਰੀ ਦੇ ਸੰਬੰਧ ਵਿੱਚ ਕੁਝ ਸਵਾਲ ਪੁੱਛੇ ਹਨ ਉਹਨਾਂ ਤੋਂ। ਮਹਾਰਾਜ ਇਹ ਦਸਵੰਧ ਲਿਆਇਓ। ਸਿੱਖਾਂ ਨੇ ਆ ਕੇ ਆਖਿਆ, ਮਹਾਰਾਜ ਗੁਰੂ ਤੇਗ ਬਹਾਦਰ ਜੀ, ਜਿੰਨੀ ਸਾਡੀ ਮਿਹਨਤ ਹੁੰਦੀ ਉਹਦਾ 10ਵਾਂ ਹਿੱਸਾ ਅਸੀਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ। ਇਨਹਿ ਮਨੋਰਥ ਗੁਰ ਤੇ ਪਾਇਓ। ਇਸ ਕਰਕੇ ਕਹਿੰਦੇ ਇਹ ਮਨੋਰਥ ਅਸੀਂ ਗੁਰੂ ਤੋਂ ਪਾਇਆ, ਸਾਡੀ ਕਾਮਨਾ ਪੂਰੀ ਹੋ ਜਾਵੇ ਜੀ। ਇਸਨੇ ਇਹ ਮਨੋਤ ਮਨ ਮਾਨੀ। ਕਹਿਣ ਲੱਗੇ ਇਸਨੇ ਇਹ ਮਨੌਤ ਮੰਨੀ ਸੀ, ਦਸਵੰਧ ਰੱਖਿਆ ਸੀ ਕਿ ਮੈਂ ਗੁਰੂ ਨੂੰ ਇਹ ਭੇਟਾ ਦੇਵਾਂਗਾ, ਮੇਰਾ ਕਾਜ ਪੂਰਾ ਹੋ ਜੇ। ਉਹ ਕਾਰਜ ਤੁਸਾਂ ਨੇ ਪੂਰਾ ਕਰ ਦਿੱਤਾ ਹੈ। ਇਸਕੀ ਤੁਮ ਸਹਾਇਤਾ ਠਾਨੀ। ਉਹ ਕਾਜ ਦੇ ਵਿੱਚ ਤੁਸੀਂ ਇਹਨਾਂ ਦੀ ਮਦਦ ਕੀਤੀ ਆ, ਸਹਾਇਤਾ ਕੀਤੀ। ਹੁਣੇ ਉਹ ਭੇਟਾ ਲੈ ਕੇ ਆਏ ਨੇ ਤੁਹਾਡੇ ਪਾਸ। ਇਸ ਸਿੱਖ ਕੋ ਰੁਜ ਤਨ ਤੇ ਹਰਿਓ। ਐਵੇਂ ਗੁਰੂ ਮਹਾਰਾਜ ਇਹ ਸਿੱਖ ਨੂੰ ਬਿਮਾਰੀ ਸੀ, ਸਰੀਰ ਕਰਕੇ ਰੋਗ ਕੋਈ ਲੱਗਾ ਹੋਇਆ, ਦੂਰ ਹੋ ਗਿਆ ਹੈ ਹੁਣ। ਇਹ ਚਾਹਤ ਸਫਲਿਓ ਤਨ ਕਰਿਓ। ਇਹ ਆਪ ਜੀ ਨੂੰ ਹੁਣ ਚੜਾਵਾ ਦੇਣ ਵਾਸਤੇ ਆਇਆ। ਇਹਨੇ ਸੁਖਣਾ ਸੁਖੀ ਸੀ, ਮੈਂ ਦੇ ਅਰੋਗ ਹੋ ਜਾਵਾਂ, ਠੀਕ ਹੋ ਜਾਵਾਂ, ਤੰਦਰੁਸਤੀ ਚੜ੍ਹਦੀ ਕਲਾ ਵਾਲਾ ਜੀਵਨ ਮੈਨੂੰ ਮਿਲੇ। ਉਹ ਹੋ ਗਿਆ, ਤੁਸੀਂ ਕਿਰਪਾ ਕੀਤੀ। ਇਹ ਦਸਵੰਧ ਹੁਣ ਲੈ ਕੇ ਆਇਆ ਹੈ ਜੀ। ਇਤਿਆਦਿਕ ਅਰਦਾਸ ਪ੍ਰਕਾਸ਼। ਇਵੇਂ ਕਈ ਪ੍ਰਕਾਰ ਦੀਆਂ ਅਰਦਾਸਾਂ, ਵੱਖ-ਵੱਖ ਤਰ੍ਹਾਂ ਦੀਆਂ, ਜਿਵੇਂ ਜਿਵੇਂ ਕਿਸੇ ਦੀ ਕਾਮਨਾ ਸੀ ਉਵੇਂ ਉਵੇਂ ਆ ਕੇ ਕੀਤੀ ਹੈ ਸਭ ਨੇ। ਫਿਰ ਤਰਹਿ ਅਕੋਰ ਚਰਨ ਕੇ ਪਾਸ। ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਤੇ ਉਪਹਾਰ ਰੱਖਣੇ ਕੀਤੇ ਹਨ। ਸੁਮਤਵੰਤ ਗੁਰ ਬਖਸ਼ਮ ਸੰਦ। ਬੁੱਧੀਮਾਨ ਜਿਹੜੇ ਗੁਰੂ ਘਰ ਦੇ ਉਦੋਂ ਪ੍ਰਚਾਰਕ ਸੀ, ਭਾਈ ਗੁਰਬਖਸ਼ ਜੀ, ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਆਇਆ, ਉਹਨਾਂ ਨੇ ਸਾਰੇ ਨਜ਼ਰਾਨਿਆਂ ਨੂੰ ਸੰਭਾਲਣਾ ਕੀਤਾ ਹੈ। ਜਿਸਕੇ ਸਿੱਖ ਅਨੁਸਾਰ ਬਿਲੰਦ। ਜਿਨ੍ਹਾਂ ਦੀ ਆਗਿਆ ਦੇ ਅਨੁਸਾਰ ਬਹੁਤ ਸਾਰੇ ਸਿੱਖ ਰਹਿੰਦੇ ਨੇ। ਉਹਨਾਂ ਨੇ ਫਿਰ ਸੋਚਿਆ ਮਹਾਰਾਜ ਨੂੰ ਇੱਕ ਬੇਨਤੀ ਕਰਨੀ ਬਣਦੀ ਹੈ ਜੀ ਹੁਣ। ਪੁਨ ਕਰ ਜੋਰ ਪ੍ਰਸੰਗ ਉਚਾਰੇ। ਉਹਨਾਂ ਨੇ ਹੱਥ ਜੋੜ ਕੇ ਪ੍ਰਸੰਗ ਚਲਾਇਆ। ਜਦੋਂ ਸਾਰੀਆਂ ਸੰਗਤਾਂ ਨੇ ਤੋਹਫੇ ਦੇ ਦਿੱਤੇ, ਸਭ ਕੁਝ ਹੋ ਗਿਆ, ਫਿਰ ਉਹਨਾਂ ਨੇ ਮਹਾਰਾਜ ਨੂੰ ਦੱਸਣਾ ਕੀਤਾ ਜੋ ਦਿੱਲੀ ਵਿੱਚ ਉਸ ਵਕਤ ਹੋ ਰਿਹਾ ਸੀ। ਸ਼੍ਰੀ ਹਰਿ ਕ੍ਰਿਸ਼ਨ ਵਿਕੁੰਠ ਸਿਧਾਰੇ। ਤੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਜਦੋਂ ਵਿਕੁੰਠ ਚਲੇ ਗਏ, ਜੋਤੀ ਜੋਤ ਸਮਾ ਗਏ ਸਨ ਪਾਤਸ਼ਾਹ ਜੀ। ਅੰਤ ਸਮੇਂ ਮੁਝ ਸੰਗ ਬਖਾਨਾ। ਉਹਨਾਂ ਨੇ ਮੈਨੂੰ ਅੰਤ ਸਮੇਂ ਇਹ ਬਚਨ ਆਖੇ ਸੀ ਕਿ ਇਹ ਜੋ ਅਗਲੇ ਸਾਡੇ ਗੁਰੂ ਨੇ ਕੌਣ ਨੇ, ਅਸੀਂ ਪੁੱਛਿਆ ਸੀ ਜਦੋਂ ਉਹਨਾਂ ਤੋਂ, ਉਹਨਾਂ ਇਹ ਮੈਨੂੰ ਆਖਿਆ ਸੀ ਮਹਾਰਾਜ ਬਾਬਾ ਬਸਹਿ ਬਕਾਲੇ ਥਾਨਾ। ਜਿਹੜੇ ਕਿ ਅਗਲੇ ਬਾਬਾ ਜੀ ਹੋਣਗੇ ਉਹ ਬਕਾਲੇ ਵਿੱਚ ਵਸਦੇ ਹੋਣਗੇ। ਬਕਾਲੇ ਨਾਮ ਦੇ ਪਿੰਡ ਵਿੱਚ ਉਹਨਾਂ ਦਾ ਵਾਸਾ ਹੋਵੇਗਾ ਜੀ। ਸੋ ਸਰੂਪ ਤੁਮ ਦੇਖੇ ਆਏ। ਕਹਿੰਦੇ ਬਿਲਕੁਲ ਉਹੀ ਸਰੂਪ ਅਸੀਂ ਇੱਥੇ ਆ ਕੇ ਤੱਕਿਆ, ਜਿਵੇਂ ਜਿਵੇਂ ਸੁਣਿਆ ਸੀ ਤਿਵੇਂ ਤਿਵੇਂ ਪਾਇਆ ਆਪ ਜੀ ਦੇ ਬਾਰੇ ਵਿੱਚ। ਦਾਸਨ ਲੋਕ ਪ੍ਰਲੋਕ ਸਹਾਏ। ਤੁਸੀਂ ਵਾਕਈ ਲੋਕ ਤੇ ਪਰਲੋਕ ਦੇ ਸਹਾਈ ਬਣਦੇ ਹੋ, ਇਹ ਅਸੀਂ ਆ ਕੇ ਜਾਣ ਲਿਆ ਹੈ ਇਸ ਸਥਾਨ ਤੇ। ਸ਼੍ਰੀ ਗੁਰੂ ਮੁਸਕਾਏ ਮੁਖ ਕਹਿਓ। ਸ੍ਰੀ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਜੀ ਮੁਸਕਰਾਏ ਨੇ ਤੇ ਕਹਿਣ ਲੱਗੇ ਭਾਈ ਗੁਰਬਖਸ਼ ਜੀ ਨੂੰ, ਰਾਮ ਰਾਏ ਕੈਸੇ ਕਹਿ ਰਹਿਓ। ਇਸ ਕਰਕੇ ਕਹਿੰਦੇ ਬਾਬਾ ਰਾਮ ਰਾਏ ਜੀ ਨੇ ਫਿਰ ਕਿਵੇਂ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਵਿੱਚ ਸੱਦ ਲਿਆ ਸੀ, ਉਹਦੇ ਬਾਰੇ ਵੀ ਸਾਨੂੰ ਦੱਸਣਾ ਕਰੋ ਜੀ ਹੁਣ। ਸ਼ਾਹ ਨਿਕਟ ਕਿਵੇਂ ਪਹੁੰਚੇ ਜਾਏ। ਬਾਦਸ਼ਾਹ ਦੇ ਪਾਸ ਕਿਵੇਂ ਉਹ ਪਹੁੰਚ ਗਏ ਬਾਬਾ ਰਾਮ ਰਾਏ ਜੀ, ਇਹ ਸਭ ਕੁਝ ਕਿਵੇਂ ਹੋ ਗਿਆ ਸੀ। ਕਿਮ ਤਿਨ ਸਰਾਪ ਦੀਨ ਰਿਸ ਪਾਏ। ਗੁੱਸੇ ਵਿੱਚ ਆ ਕੇ ਉਹਨਾਂ ਨੇ ਕਿਹੜੇ ਸਖਤ ਸ਼ਬਦ ਕਹੇ ਸੀ, ਉਹਦੇ ਬਾਰੇ ਵੀ ਦੱਸ ਦੇਵੋ ਆਪ ਜੀ ਹੁਣ। ਕੀਰਤਪੁਰ ਤੇ ਪ੍ਰਥਮ ਹਕਾਰੇ। ਇਹਨਾਂ ਕੀਰਤਪੁਰ ਸਾਹਿਬ ਤੋਂ ਬੁਲਾਇਆ ਹੈ, ਇਹ ਸਭ ਕੁਝ ਕਿਵੇਂ ਕਿਵੇਂ ਹੋਇਆ ਹੈ। ਤੁਰਕੇਸ਼ਰ ਕੋ ਸੀਖ ਸਿਖਾਰੇ। ਉੱਥੇ ਜਾ ਕੇ ਕੀਰਤਪੁਰ ਤੋਂ ਜਦੋਂ ਪਹੁੰਚੇ ਨੇ ਤੇ ਦਿੱਲੀ ਵਾਲੇ ਬਾਦਸ਼ਾਹ ਦੇ ਕੰਨ ਭਰੇ, ਜਿਹਨੂੰ ਔਰੰਗਜ਼ੇਬ ਆਖਿਆ ਜਾਂਦਾ ਹੈ।
ਹੈ ਮਹਾਰਾਜ। जब पहुँचे तब क्यों दुख पायो। ਜਦੋਂ ਉੱਥੇ ਪਹੁੰਚੇ ਤੇ ਫਿਰ ਇਹ ਕਿਉਂ ਇਹਨਾਂ ਨੇ ਦੁੱਖ ਪਾਇਆ। ਗੁਰੂ ਹਰਿਰਾਏ ਜੀ ਨੇ ਭੇਜਿਆ ਸੀ ਘਰੋਂ ਸਿਖਾ ਕੇ, ਪਰ ਕਿਉਂ ਇੰਨਾ ਦੁੱਖ ਪਾਇਆ ਹੈ ਇੰਨਾ। कहाँ विगार कीनपुर जायो। ਦਿੱਲੀ ਵਿੱਚ ਜਾ ਕੇ ਇਹਨਾਂ ਕੀ ਕੀਤਾ ਜਿਹਦੇ ਕਰਕੇ ਸਿੱਖ ਸੰਗਤਾਂ ਇਹਨਾਂ ਵਿੱਚ ਖੋਟਾਪਣ ਵੇਖਦੀਆਂ ਹਨ ਹੁਣ। जिसते श्री हरि कृष्ण के संग। ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਨਾਲ ਇਹਨਾਂ ਦਾ ਕੀ ਵੈਰ ਪੈ ਗਿਆ। ਰਿਸ਼ਤੇ ਵਿੱਚ ਦੋਨੋਂ ਜੋ ਭਰਾ ਲੱਗਦੇ ਹਨ ਇੱਕ ਦੂਜੇ ਦੇ। रचयो विरोध ससराप निसंग। ਬਾਬਾ ਰਾਮ ਰਾਏ ਜੀ ਇਹਨਾਂ ਵਿਰੋਧ ਕਿਉਂ ਕਰਦੇ ਨੇ, ਉਹਨਾਂ ਦੇ ਮਨ ਵਿੱਚ ਕੀ ਚੱਲਦਾ ਸਾਨੂੰ ਵੀ ਦੱਸਣਾ ਕਰੋ ਜੀ। सुन गुरु बख्श वृतांत सुनायो। ਗੁਰੂ ਮਹਾਰਾਜ ਅੰਤਰਜਾਮੀ ਨੇ, ਪਰ ਸਭ ਕੁਝ ਭਾਈ ਗੁਰਬਖਸ਼ ਜੀ ਤੋਂ ਸੁਣਨਾ ਚਾਹੁੰਦੇ ਨੇ ਤੇ ਭਾਈ ਗੁਰਬਖਸ਼ ਜੀ ਕਹਿਣ ਲੱਗੇ ਸਾਰੀ ਗੱਲ ਇਉਂ ਦੱਸਣੀ ਕੀਤੀ ਹੈ। गुरता गुर की पिठ तरतायो। ਕਹਿਣ ਲੱਗੇ ਮਹਾਰਾਜ ਜੋ ਸਭ ਹੋਇਆ ਨਾ ਗੁਰੂ ਹਰਿਰਾਏ ਜੀ ਨੇ ਜੋਗ ਨਹੀਂ ਸਮਝਿਆ ਸੀ। ਬਾਬਾ ਰਾਮ ਰਾਏ ਜੀ ਨੂੰ ਗੱਦੀ ਦੇ, ਭਾਵੇਂ ਉਹ ਉਮਰ ਵਿੱਚ ਵੱਡੇ ਸੀ, ਗੁਰੂ ਹਰਿਕ੍ਰਿਸ਼ਨ ਜੀ ਵਾਲੇ ਗੁਣ ਉਹਨਾਂ ਵਿੱਚ ਕਦੇ ਵੀ ਨਹੀਂ ਦੇਖੇ ਗਏ ਹਨ। कह बुलवाए आशय एव। ਇਹ ਆਸ਼ਾ ਰੱਖ ਕੇ ਉਹਨਾਂ ਨੇ ਫਿਰ ਜਾਣ ਬੁੱਝ ਕੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਬੁਲਾ ਲਿਆ ਸੀ। मिलह न तुर्क साथ गुरुदेव। ਪਰ ਗੁਰੂ ਹਰਿਕ੍ਰਿਸ਼ਨ ਜੀ ਨੇ ਕਦੇ ਵੀ ਬਾਦਸ਼ਾਹ ਨੂੰ ਮਿਲਣਾ ਹੀ ਨਹੀਂ ਕੀਤਾ, ਕਦੇ ਵੀ ਜਾ ਕੇ ਆਪਣੇ ਦਰਸ਼ਨ ਨਹੀਂ ਦਿੱਤੇ ਹਨ। जाहे पलाए के जंगल देश। ਇਸ ਕਰਕੇ ਮਾਲਵੇ ਦੇਸ਼ ਵੱਲ ਫਿਰ ਉਹਨਾਂ ਵੀ ਜਾਣਾ ਕੀਤਾ ਹੈ। ਇਹ ਸੋਚਿਆ ਸੀ ਬਾਬਾ ਰਾਮ ਰਾਏ ਜੀ ਨੇ ਕਿ ਐਵੇਂ ਮੈਂ ਇਹਨਾਂ ਨੂੰ ਪਕੜਾ ਦੇਵਾਂਗਾ, ਔਰੰਗਜ਼ੇਬ ਨੂੰ ਜਾ ਕੇ ਕਹਿ ਦਾਂਗਾ ਇਹਨਾਂ 'ਚ ਵੀ ਕਰਾਮਾਤ ਆ, ਇਹਨਾਂ ਨੂੰ ਕੋਲ ਬੁਲਾਓ ਤੇ ਵੇਖੋ। ਪਰ ਗੁਰੂ ਸਾਹਿਬ ਜੀ ਗੁਰੂ ਹਰਿਕ੍ਰਿਸ਼ਨ ਜੀ ਨਹੀਂ ਗਏ, ਜਿਸ ਕਰਕੇ ਬਾਬਾ ਰਾਮ ਰਾਏ ਜੀ ਨੇ ਹੋਰ ਵੀ ਕੁਝ ਗੱਲਾਂ ਆਖੀਆਂ ਹਨ। मिलह जे टूटे है प्रण सो विशेष। ਕਹਿੰਦੇ ਜੇ ਬਾਦਸ਼ਾਹ ਜੀ ਨੂੰ ਮਿਲ ਜਾਣਗੇ ਤੇ ਇਹਨਾਂ ਦਾ ਪ੍ਰਾਣ ਜਿਹੜਾ ਸੀ, ਪ੍ਰਣ ਕੀਤਾ ਵਚਨ ਟੁੱਟ ਜਾਵੇਗਾ। ਇਹ ਸੀ ਗੁਰੂ ਹਰਿਕ੍ਰਿਸ਼ਨ ਜੀ ਦਾ ਵਚਨ, ਕਦੇ ਵੀ ਮੈਂ ਇਹ ਇਹੋ ਜਿਹੇ ਇਨਸਾਨ ਨੂੰ ਦਰਸ਼ਨ ਨਹੀਂ ਦੇਵਾਂਗਾ ਜਿਹੜਾ ਆਪਣੇ ਪਿਤਾ ਨੂੰ ਕੈਦ ਕਰਕੇ, ਸ਼ਾਹਜਹਾਨ ਨੂੰ, ਆਪਣੇ ਭਰਾ ਜਿਹੜਾ ਕਿ ਇੱਕ ਫਕੀਰ ਤਬੀਅਤ ਬੰਦਾ ਸੀ, ਦਾਰਾ ਸ਼ਿਕੋ ਨੂੰ ਮਾਰ ਕੇ ਤੇ ਗੱਦੀ ਤੇ ਬੈਠਾ ਹੋਵੇ, ਇਹੋ ਜਿਹੇ ਬੰਦੇ ਨੂੰ ਦਰਸ਼ਨ ਨਹੀਂ ਦੇ ਸਕਦੇ। ਇਹ ਬਚਨ ਸੀ ਮਹਾਰਾਜ ਦਾ। ਤਾਂ ਜਿਹੜਾ ਇਹ ਬਾਬਾ ਰਾਮ ਰਾਏ ਜੀ ਸੀ ਉਹ ਕਹਿੰਦੇ ਸੀ ਮੈਂ ਬਚਨ ਇਹਨਾਂ ਦਾ ਤੋੜ ਕੇ ਰਹੂੰਗਾ, ਤਾਂ ਉਹ ਔਰੰਗਜ਼ੇਬ ਕੋਲ ਬੁਲਾਉਂਦੇ ਸੀ। ਭਾਈ ਗੁਰਬਖਸ਼ ਜੀ ਨੇ ਅੱਗੇ ਫਿਰ ਹੋਰ ਜਿਵੇਂ ਜਿਵੇਂ ਹੱਡ ਬੀਤੀ ਸੀ ਉਹ ਸੁਣਾ ਦਿੱਤੀ ਹੈ। बहुर सिखायो अजमत हेर है। ਫਿਰ ਉਹ ਸੁਣਦੇ ਰਹੇ ਕਿ ਬਾਦਸ਼ਾਹ ਜੀ ਬੁਲਾਓ ਗੁਰੂ ਹਰਿਕ੍ਰਿਸ਼ਨ ਜੀ ਨੂੰ, ਕਰਾਮਾਤ ਦੇਖੋ ਇਹਨਾਂ ਦੇ ਕੋਲੋਂ ਜਿਵੇਂ ਮੈਥੋਂ ਵੇਖਦੇ ਹੋ ਰੋਜ਼ ਹੀ। बार बार इस ही हित प्रेर है। ਬਾਰ-ਬਾਰ ਇਹ ਗੱਲ ਨੂੰ ਆਖਿਆ ਵੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਕੋਲ ਬੁਲਾਓ, ਕੋਲ ਬੁਲਾਓ, ਬਾਰ-ਬਾਰ ਇਹ ਸ਼ਬਦ ਕਹੇ ਹਨ ਰੋਜ਼ ਹੀ। श्री हरि कृष्ण सो पहुँचे जब। ਜਦੋਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਵਿੱਚ ਜਾ ਕੇ ਪਹੁੰਚੇ ਹਨ ਗੁਰੂ ਜੀ, तिस्ते महिमा अधिकी तब। ਉੱਥੇ ਜਾ ਕੇ ਉਹਨਾਂ ਦੀ ਮਹਿਮਾ ਬੜੀ ਵੱਧ ਗਈ ਸੀ ਮਹਾਰਾਜ। तुर्केश्वर सो मिले ना जाए। ਪਰ ਤੁਰਕ ਬਾਦਸ਼ਾਹ ਨੂੰ ਉਹ ਕਦੇ ਵੀ ਨਹੀਂ ਮਿਲੇ। ਬਹੁਤ ਉਹਨਾਂ ਨੇ ਚਿੱਠੀਆਂ ਵੀ ਭੇਜੀਆਂ ਪਰ ਗੁਰੂ ਹਰਿਕ੍ਰਿਸ਼ਨ ਜੀ ਨੇ ਨਹੀਂ ਮਿਲਣਾ ਕੀਤਾ ਹੈ। इत्यादिक पिखरिस उपजाए। ਇਵੇਂ ਕਹਿੰਦੇ ਫਿਰ ਇਹ ਵੇਖ ਕੇ ਗੁੱਸਾ ਆ ਗਿਆ, ਔਰੰਗਜ਼ੇਬ ਦੇ ਮਨ ਵਿੱਚ ਵੀ ਰੋਸ ਆ ਗਿਆ ਹੈ। ਅਪਰ ਨਾ ਬਸ ਕੁਛ ਚੱਲਿਓ ਅਗਾਰੇ। ਗੁਰੂ ਮਹਾਰਾਜ ਦੇ ਅੱਗੇ ਕੋਈ ਪੇਸ਼ ਨਹੀਂ ਗਈ। ਫਿਰ ਬਾਬਾ ਰਾਮ ਰਾਏ ਜੀ ਨੇ ਮਨ ਦੇ ਵਿੱਚ ਜਿਹੜੀ ਈਰਖਾ ਸੀ ਉਹ ਸ਼ਬਦ ਮੁਖ ਤੋਂ ਕਹਿ ਦਿੱਤੇ ਹਨ। ਸਰਾਪ ਸੀਤਲਾ ਕੇਰ ਉਚਾਰੇ। ਕਹਿ ਦਿੱਤਾ ਆਪਣੇ ਮੁਖ ਤੋਂ ਕਿ ਇਹ ਜਿਹੜੇ ਨੇ ਕੁਝ ਇਹੋ ਜਿਹੀ ਬਿਮਾਰੀ ਦੇ ਨਾਲ ਇਹ ਚਲੇ ਜਾਣਗੇ, ਜੋਤੀ ਜੋਤ ਇਹਨਾਂ ਨੂੰ ਇੱਥੋਂ ਸੰਸਾਰ ਤੋਂ ਜਾਣਾ ਪਵੇਗਾ, ਸਮਾਉਣਾ ਪਵੇਗਾ। ਹਰਖ ਨਾ ਸ਼ੋਕ ਗੁਰੂ ਕੋ ਹੋਇਓ। ਇਸ ਕਰਕੇ ਗੁਰੂ ਮਹਾਰਾਜ ਨੇ ਜਦੋਂ ਇਹ ਸੁਣਿਆ ਕਿ ਬਾਬਾ ਰਾਮ ਰਾਏ ਜੀ ਉਹਨਾਂ ਦੇ ਵੱਡੇ ਭਰਾ ਐਵੇਂ ਉਹਨਾਂ ਬਾਰੇ ਆਖਦੇ ਨੇ, ਪਰ ਗੁਰੂ ਹਰਿਕ੍ਰਿਸ਼ਨ ਜੀ ਨੇ ਕੁਝ ਵੀ ਨਹੀਂ ਆਖਿਆ ਹੈ। ਹੋਨਹਾਰ ਬਹੁ ਨੀਕੇ ਜੋਇਓ। ਉਹ ਕਹਿਣ ਲੱਗੇ ਪ੍ਰਮਾਤਮਾ ਜੋ ਕਰਦਾ ਉਹ ਹੋ ਕੇ ਰਹਿੰਦਾ, ਸਭ ਕੁਝ ਉਸੇ ਦੇ ਹੁਕਮ ਦੇ ਅੰਦਰ ਹੀ ਹੁੰਦਾ ਹੈ।
ਤਿਸ ਕਾਰਨ ਤੇ ਤਜਿਓ ਸ਼ਰੀਰ। ਕਰਕੇ ਗੁਰੂ ਹਰਿਕ੍ਰਿਸ਼ਨ ਜੀ ਨੇ ਆਪਣਾ ਸਰੀਰ ਛੱਡ ਦਿੱਤਾ ਤੇ ਬੈਕੁੰਠਾਂ ਨੂੰ ਚਲੇ ਗਏ ਹਨ ਮਹਾਰਾਜ ਜੀ। ਸ਼੍ਰੀ ਹਰਿ ਕ੍ਰਿਸ਼ਨ ਮਹਾਮਤ ਧੀਰ। ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਵਿੱਚ ਬੜੀ ਹੀ ਵਿਵੇਕ ਬੁੱਧ ਸੀ। ਉਹਨਾਂ ਦੀ ਬੁੱਧੀ ਮਹਾਨ, ਭਾਵੇਂ ਉਮਰ ਉਹਨਾਂ ਦੀ ਛੋਟੀ ਸੀ ਮਹਾਰਾਜ ਜੀ। ਕੀਤਿਕ ਤਿਨ ਕੀਤੇ ਉਤਪਾਤ। ਉਹਨਾਂ ਦੇ ਅੱਗੇ ਬਾਬਾ ਰਾਮ ਰਾਏ ਜੀ ਨੇ ਬੜੀਆਂ ਮੁਸੀਬਤਾਂ ਖੜੀਆਂ ਕੀਤੀਆਂ, ਜਿਨ੍ਹਾਂ ਨੂੰ ਜਰਿਆ ਨਹੀਂ ਜਾ ਸਕਦਾ, ਇੱਕ ਆਮ ਮਨੁੱਖ ਨਹੀਂ ਜਰ ਸਕਦਾ ਹੈ। ਅਜਹੁ ਨ ਬੈਠਤ ਚਿਤ ਕਰ ਸ਼ਾਂਤ। ਬਾਬਾ ਰਾਮ ਰਾਏ ਜੀ ਅਜੇ ਵੀ ਸ਼ਾਂਤ ਹੋ ਕੇ ਨਹੀਂ ਬੈਠੇ। ਭਾਵੇਂ ਗੁਰੂ ਹਰਿਕ੍ਰਿਸ਼ਨ ਜੀ ਜੋਤੀ ਜੋਤ ਸਮਾ ਗਏ ਨੇ, ਉਹ ਹਜੇ ਵੀ ਗੱਦੀ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ ਮਹਾਰਾਜ। ਏਕ ਦਿਵਸ ਆਵਰ ਕੀ ਗਾਥਾ। ਇੱਕ ਦਿਨ ਆਪ ਜੀ ਦਾ ਪ੍ਰਸੰਗ ਵੀ ਉੱਥੇ ਦਿੱਲੀ ਵਿੱਚ ਸਭਾ ਦੇ ਵਿੱਚ ਚੱਲਿਆ। ਉਹਦੇ ਬਾਰੇ ਭਾਈ ਗੁਰਬਖਸ਼ ਜੀ ਦੱਸਣਾ ਕਰਦੇ ਹਨ। ਕਹਿਤ ਭਇਓ ਤੁਰਕੇਸ਼ਰ ਸਾਥਾ। ਤੇ ਮਹਾਰਾਜ ਇਹ ਬਾਬਾ ਰਾਮ ਰਾਏ ਜੀ ਹਜੇ ਵੀ ਬਾਦਸ਼ਾਹ ਦੇ ਕੰਨ ਭਰ ਰਹੇ ਨੇ। ਅਸੀਂ ਇਹ ਗੱਲਾਂ ਸੁਣੀਆਂ ਹਨ ਆਪ ਸਾਰੀਆਂ ਹੀ। ਗੁਰੂ ਭਏ ਅਬ ਤਿਨਹਿ ਹਕਾਰੋ। ਇਹ ਕਹਿੰਦੇ ਨੇ ਜਿਹੜੇ ਹੁਣ ਨਵੇਂ ਗੁਰੂ ਬਣੇ ਨੇ ਨਾ, 9ਵੇਂ ਗੁਰੂ ਬਣੇ ਨੇ, ਉਹਨਾਂ ਨੂੰ ਵੀ ਇੱਥੇ ਦਰਬਾਰ ਵਿੱਚ ਸੱਦ ਲਵੋ। ਅਜ਼ਮਤ ਨਾਨਾ ਬਿਦਨ ਨਿਹਾਰੋ। ਔਰੰਗਜ਼ੇਬ ਨੂੰ ਇਹ ਕਹਿੰਦੇ ਨੇ ਕਿ ਇੱਥੇ ਬੁਲਾਓ, ਉਹਨਾਂ ਤੋਂ ਵੀ ਕਰਾਮਾਤ ਦੇਖੋ ਨਾ, ਜਿਵੇਂ ਮੇਰੇ ਤੋਂ ਕਰਾਮਾਤ ਵੇਖਦੇ ਹੋ। ਜਿਵੇਂ ਗੁਰੂ ਹਰਿਕ੍ਰਿਸ਼ਨ ਜੀ ਬਾਰੇ ਆਖਦੇ ਰਹੇ, ਤਿਵੇਂ ਤਿਵੇਂ ਤੁਹਾਡੇ ਬਾਰੇ ਵੀ ਆਖਦੇ ਨੇ ਮਹਾਰਾਜ ਹੁਣ। ਸ਼ਾਹੋ ਨਹੀਂ ਮਾਨੀ ਕੁਛ ਬਾਤ। ਪਰ ਕਹਿੰਦੇ ਬਾਦਸ਼ਾਹ ਨੇ ਕੋਈ ਹਜੇ ਪੂਰੀ ਗੱਲ ਉਹਨਾਂ ਦੀ ਮੰਨੀ ਨਹੀਂ, ਚੁੱਪ ਕਰ ਗਿਆ ਸਾਰੀਆਂ ਗੱਲਾਂ ਸੁਣ ਕੇ ਹੀ। ਚਹਤ ਆਪਸੋਂ ਪੀ ਉਤਪਾਤ। ਇਹ ਗੁਰੂ ਜੀ ਇਹ ਕੋਈ ਵਿਪਤਾ ਖੜੀ ਕਰਨਾ ਚਾਹੁੰਦਾ, ਜੋ ਬਾਬਾ ਰਾਮ ਰਾਏ ਜੀ ਵਾਰ-ਵਾਰ ਇੱਥੇ ਦਿੱਲੀ ਵਿੱਚ ਤੁਹਾਨੂੰ ਵੀ ਬੁਲਾਉਣਾ ਚਾਹੁੰਦੇ ਹਨ। ਕਹਾਂ ਕਹਿ ਗੋ ਤੁਮਰੋ ਸੋਏ। ਪਰ ਉਹ ਕਦੇ ਵੀ ਤੁਹਾਡੀ ਬਰਾਬਰਤਾ ਨਹੀਂ ਕਰ ਸਕਦਾ, ਕਦੇ ਵੀ ਤੁਹਾਡੇ ਬਰੋਬਰ ਨਹੀਂ ਹੋ ਸਕਦਾ ਹੈ। ਕਿਮ ਸਮਸਰਤਾ ਪ੍ਰਾਪਤ ਹੋਏ। ਬਾਬਾ ਰਾਮ ਰਾਏ ਜੀ ਕਿਵੇਂ ਗੁਰੂ ਬਣ ਸਕਦੇ ਨੇ? ਉਹਨਾਂ ਵਿੱਚੋਂ ਕਦੇ ਵੀ ਗੁਣ ਨਹੀਂ ਹੋ ਸਕਦੇ ਜੋ ਤੁਹਾਡੇ ਵਿੱਚ ਹਨ ਮਹਾਰਾਜ। ਗੁਰਤਾ ਨਹੀਂ ਹਾਥ ਕਿਮ ਆਵੇ। ਕਦੇ ਵੀ ਗੁਰਤਾ ਗੱਦੀ ਬਾਬਾ ਰਾਮ ਰਾਏ ਜੀ ਦੇ ਹੱਥ ਵਿੱਚ ਨਹੀਂ ਆ ਸਕਦੀ, ਇਹ ਅਸੀਂ ਜਾਣ ਚੁੱਕੇ ਹਾਂ। ਜਤਨ ਅਨੇਕ ਸੋ ਨਿਸ਼ਫਲ ਜਾਵੇ। ਜਤਨ ਉਹਨਾਂ ਪਹਿਲਾਂ ਵੀ ਬੜੇ ਕੀਤੇ ਕਿ ਮੇਰੇ ਛੋਟੇ ਭਰਾ ਨੂੰ ਗੱਦੀ ਨਾ ਮਿਲੇ, ਮੈਨੂੰ ਮਿਲ ਜਾਵੇ, ਤੇ ਹੁਣ ਵੀ ਉਹ ਯਤਨ ਤਾਂ ਬੜੇ ਕਰ ਰਹੇ ਹਨ ਗੁਰੂ ਜੀ। ਇਤਿਆਦਿਕ ਸਭ ਬਾਤ ਸੁਣਾਈ। ਇਵੇਂ ਫਿਰ ਭਾਈ ਗੁਰਬਖਸ਼ ਜੀ ਜਿਹੜੇ ਨੇ, ਉਹਨਾਂ ਨੇ ਸਾਰੀ ਵਾਰਤਾ ਜਿਵੇਂ ਜਿਵੇਂ ਔਰੰਗਜ਼ੇਬ ਕੋਲ ਹੋਈ ਆ, ਤਿਵੇਂ ਤਿਵੇਂ ਇੱਥੇ ਆਨੰਦਪੁਰ ਸਾਹਿਬ ਜਿਹੜਾ ਵਸ ਰਿਹਾ ਹੈ ਅਜੇ, ਉੱਥੇ ਆ ਕੇ ਗੁਰੂ ਮਹਾਰਾਜ ਨੂੰ ਸੁਣਾ ਦਿੱਤੀ ਸਾਰੀ ਵਿਥਿਆ ਹੀ। ਮੁਸਕਾਨੇ ਸੁਨ ਤਬਹਿ ਗੁਸਾਈ। ਐਵੇਂ ਫਿਰ ਗੁਰੂ ਮਹਾਰਾਜ ਨੇ ਕੋਈ ਵੀ ਜਵਾਬ ਨਹੀਂ ਦਿੱਤਾ ਉਹਦੇ ਬਦਲੇ ਵਿੱਚ, ਭਾਵੇਂ ਪਰ ਸੁਣ ਕੇ ਹੱਸ ਪਏ, ਮੁਸਕਰਾਏ ਮਹਾਰਾਜ। ਮੁਸਕਾਨੇ ਸੁਨ ਤਬਹਿ ਗੁਸਾਈ। ਇਹ ਸੱਚੇ ਸਾਈਂ ਜੀ ਮੁਸਕਰਾ ਪਏ, ਕਹਿਣ ਲੱਗੇ ਕਿ ਇਹ ਸਭ ਕੁਝ ਤਾਂ ਪਹਿਲਾਂ ਤੋਂ ਹੀ ਹੁੰਦਾ ਆ ਰਿਹਾ। ਪੀਰਾਂ ਫਕੀਰਾਂ ਗੁਰੂਆਂ ਅਵਤਾਰਾਂ ਪੈਗੰਬਰਾਂ ਦੇ ਨਾਲ ਪਿਆਰ ਕਰਨ ਵਾਲੇ ਲੋਕ ਜਿਹੜੇ ਨੇ ਉਹ ਵੀ ਸਨ, ਨਫ਼ਰਤ ਕਰਨ ਵਾਲਿਆਂ ਦੀ ਗਿਣਤੀ ਵੀ ਘੱਟ ਨਹੀਂ। ਉਹ ਵੀ ਇਹ ਉਦੋਂ ਤੋਂ ਹੀ ਆ ਰਹੀ ਆ, ਜਦੋਂ ਦਾ ਦਿਨ ਆ ਉਦੋਂ ਦੀ ਰਾਤ ਆ, ਜਦੋਂ ਦੀ ਪੁੰਨਿਆ ਉਦੋਂ ਦੀ ਮੱਸਿਆ ਦੀ ਰਾਤ ਵੀ ਆਉਂਦੀ ਆ। ਸਭ ਕੁਝ ਹੈ, ਜਦੋਂ ਦਾ ਖਿੜਨਾ ਉਦੋਂ ਦਾ ਮੁਰਝਾਉਣਾ ਹੈ, ਜਦੋਂ ਦੇ ਸੁੱਖ ਨੇ ਉਦੋਂ ਤੋਂ ਹੀ ਦੁੱਖ ਚੱਲਦੇ ਆ ਰਹੇ ਆ, ਸਦੀਆਂ ਤੋਂ ਹੀ, ਜੁਗਾਂ ਜੁਗਾਂ ਤੋਂ। ਤਾਂ ਇਹੋ ਜਿਹੇ ਲੋਕ ਪਹਿਲਾਂ ਤੋਂ ਹੀ ਸੀ ਜਿਹੜੇ ਮਹਾਰਾਜ ਨਾਲ ਈਰਖਾ ਕਰਦੇ ਰਹੇ ਨੇ, ਤਾਂ ਉਹਨਾਂ ਦੀ ਗਿਣਤੀ ਵੀ ਬਹੁਤ ਵੱਡੀ ਰਹੀ ਹੈ। ਤਾਂ ਇਹ ਜਿਹੜਾ ਪ੍ਰਸੰਗ ਆ, ਇਹਦੇ ਵਿੱਚ ਆਪ ਜੀ ਨੇ ਇਹੀ ਸਰਵਣ ਕੀਤਾ ਹੈ ਕਿ ਉਹ ਬੰਦਾ ਜਿਹੜਾ ਕਿਸੇ ਦੀਆਂ ਗੱਲਾਂ ਸੁਣ ਕੇ ਯਕੀਨ ਕਰ ਲੈਂਦਾ ਹੈ, ਜਿਵੇਂ ਕਿ ਜਿਹੜੇ ਰਾਜੇ ਹੁੰਦੇ ਨੇ, ਇਹ ਸੁਣੀਆਂ ਸੁਣਾਈਆਂ ਗੱਲਾਂ ਤੇ ਬਹੁਤ ਜ਼ਿਆਦਾ ਯਕੀਨ ਕਰਦੇ ਰਹੇ ਆ। ਇਹ ਕੰਨਾਂ ਦੇ ਜਿਵੇਂ ਆਪਾਂ ਕਹਿ ਸਕਦੇ ਆ ਇਤਨੇ ਕੱਚੇ ਹੁੰਦੇ ਆ, ਗੱਲ ਨੂੰ ਤੱਤ ਸਾਰ ਨਹੀਂ ਕੱਢਦੇ, ਇਹ ਨਿਚੋੜਦੇ ਨਹੀਂ ਹੈਗੇ ਸੀ। ਇਹ ਉਹਨਾਂ ਦੇ ਵਜ਼ੀਰਾਂ ਪਿੱਛੇ ਲੱਗ ਕੇ ਫੈਸਲੇ ਕਰਦੇ ਰਹੇ ਨੇ। ਤਾਂ ਇਹਨਾਂ ਨੂੰ ਫਿਰ ਕੰਨ ਭਰਨ ਵਾਲੇ ਬਾਬਾ ਰਾਮ ਰਾਏ ਜੀ ਨੇ। ਉਧਰ ਬਾਬਾ ਧੀਰਮਲ ਜੀ ਦੇ ਕੰਨ ਭਰਨ ਵਾਲਾ ਸ਼ੀਹਾਂ ਮਸੰਦ ਹੈ।
ਦੋਨਾਂ ਪਾਸਿਆਂ ਤੋਂ ਕੰਨ ਭਰੇ ਜਾ ਰਹੇ ਆ ਈਰਖਾ ਦੇ ਵਿੱਚ ਆ ਕੇ, ਤਾਂ ਉਹਦਾ ਨਤੀਜਾ ਕੀ ਹੁੰਦਾ ਹੈ। ਦਿੱਲੀ ਦੇ ਨਾਲ ਜੋ ਸਾਡੀਆਂ ਇਹ ਕੁਰਬਾਨੀਆਂ ਜੁੜੀਆਂ ਨੇ, ਸਿੰਘਾਂ ਦੀਆਂ ਵੀ, ਸਿੱਖਾਂ ਦੀਆਂ ਵੀ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਵੀ, ਬਸ ਇਹੀ ਕਹਾਂਗਾ ਕਿ ਇਹ ਸਭ ਕੁਝ ਕੀਤੇ ਬਿਨਾ ਚਮਕੌਰ ਤੇ ਆਨੰਦਪੁਰ ਦੇ ਨਾਲ ਸਾਹਿਬ ਨਹੀਂ ਸੀ ਜੁੜਨਾ। ਇਹ ਸ਼ਹਾਦਤਾਂ ਤੋਂ ਬਿਨਾ ਚਮਕੌਰ ਤੇ ਆਨੰਦਪੁਰ ਦੇ ਨਾਲ ਸਾਹਿਬ ਨਹੀਂ ਸੀ ਜੁੜਨਾ। ਜਿਹੜਾ ਅਸੀਂ ਅੱਜ ਸਾਹਿਬ ਕਹਿੰਦੇ ਆ, ਪਿੰਡ ਬਹੁਤ ਨੇ, ਸ਼ਹਿਰ ਬਹੁਤ ਨੇ, ਸਾਹਿਬ ਨਹੀਂ ਕਿਸੇ ਨਾਲ ਜੁੜਦਾ ਹੁੰਦਾ। ਇਸ ਕਰਕੇ ਜਿੱਥੇ ਗੁਰੂ ਮਹਾਰਾਜ ਦਾ ਖੂਨ ਡੁੱਲਦਾ ਹੈ, ਸਿੰਘਾਂ ਦਾ, ਸਿੱਖਾਂ ਦਾ, ਉਹ ਹਰ ਚੀਜ਼ ਦੇ ਪਿੱਛੇ ਫਿਰ ਸਾਹਿਬ ਲੱਗ ਜਾਂਦਾ ਹੈ। ਚਮਕੌਰ ਸਾਹਿਬ, ਆਨੰਦਪੁਰ ਸਾਹਿਬ, ਉਹ ਜਿਹੜਾ ਚਾਂਦਨੀ ਚੌਂਕ ਹੈ ਜਿੱਥੇ ਮਹਾਰਾਜ ਨੇ ਸੀਸ ਦਾ ਬਲੀਦਾਨ ਕੀਤਾ, ਤਾਂ ਉਹ ਵੀ ਪੂਜਣ ਯੋਗ ਜਗ੍ਹਾ ਬਣ ਗਈ। ਗੁਰਦੁਆਰਾ ਸਾਹਿਬ ਸੀਸਗੰਜ ਸਾਹਿਬ, ਗੁਰਦੁਆਰਾ ਸਾਹਿਬ ਰਕਾਬਗੰਜ ਸਾਹਿਬ, ਉੱਥੇ ਸੰਗਤਾਂ ਜਾਂਦੀਆਂ ਨੇ ਨਾ। ਇਸ ਕਰਕੇ ਕੁਰਬਾਨੀਆਂ ਹੀ ਹੁੰਦੀਆਂ। ਇਹ ਸਭ ਕੁਝ ਪ੍ਰਮਾਤਮਾ ਦੇ ਹੁਕਮ ਅੰਦਰ ਹੁੰਦਾ ਹੈ। ਤਾਂ ਮਹਾਰਾਜ ਨੇ ਜਵਾਬ ਨਹੀਂ ਕੋਈ ਦਿੱਤਾ ਜਦੋਂ ਆਖਿਆ ਮਹਾਰਾਜ ਸਰਕਾਰ ਦੇ ਦਰਬਾਰ ਵਿੱਚ ਜਾ ਕੇ ਤੁਹਾਡੇ ਖਿਲਾਫ ਇਹ ਗੱਲਾਂ ਬੋਲੀਆਂ ਜਾ ਰਹੀਆਂ ਨੇ, ਤਾਂ ਮਹਾਰਾਜ ਹੱਸ ਪਏ ਉੱਥੇ, ਕਿਉਂਕਿ ਜਾਣਦੇ ਆਉਣ ਵਾਲੇ ਸਮੇਂ ਦੇ ਬਾਰੇ ਕਿ ਉੱਥੇ ਹੀ ਜਾਣਾ ਹੈ। ਉੱਥੇ ਜਾ ਕੇ ਕਿਵੇਂ ਆਪਣਾ ਸੀਸ ਜਿਹੜਾ ਹੈ ਕੁਰਬਾਨ ਕਰਨਾ, ਉਹ ਵੀ ਉਸ ਧਰਮ ਦੀ ਖਾਤਰ ਜਿਨ੍ਹਾਂ ਨਾਲ ਸਾਡੇ ਸਿਧਾਂਤ ਬਿਲਕੁਲ ਵੀ ਨਹੀਂ ਮਿਲਦੇ। ਕੋਈ ਉਹਨਾਂ ਦੇ ਨਾਲ ਸਾਡੇ ਸਿਧਾਂਤ ਨਹੀਂ ਮਿਲਦੇ। ਇੰਨਾ ਪਿਆਰ ਗੁਰੂ ਤੇਗ ਬਹਾਦਰ ਜੀ ਨੇ ਕੀਤਾ। ਸਿੱਖਾਂ ਨੂੰ ਤਾਂ ਕਰਨਾ ਹੀ ਸੀ, ਹਿੰਦੂਆਂ ਵੀਰਾਂ ਨੂੰ ਵੀ ਕੀਤਾ ਹੈ। ਐਸੇ ਗੁਰੂ ਦੇ ਚਰਨਾਂ ਤੇ ਵਾਰ-ਵਾਰ ਸਜਦਾ ਹੈ, ਨਮਸਕਾਰ ਹੈ, ਭੁੱਲ ਚੁੱਕ ਦੀ ਖਿਮਾ। ਅੱਗੇ ਵਾਸਤੇ ਸੰਗਤ ਜੀ ਆਪਣੀ ਅਸੀਸ, ਆਪਣਾ ਪਿਆਰ ਬਖਸ਼ੋ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਉਣੀ ਕਰੀਏ ਜੀ। ਗੁਰਤਾ ਨਹੀਂ ਹਾਥ ਕਿਮ ਆਵੈ, ਜਤਨ ਅਨੇਕ ਸੋ ਨਿਸਫਲ ਜਾਵੈ। ਇਤਿਆਦਿਕ ਸਭ ਬਾਤ ਸੁਣਾਈ, ਮੁਸਕਾਨੇ ਸੁਣ ਤਬੇ ਗੁਸਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।